ਸਾਡੇ ਨਾਲ ਮਹਿਮਾਨ ਵੀ ਜੁੜੇ ਨੇ, ਆਪਾਂ ਉਹਨਾਂ ਨੂੰ ਵੀ ਜੋੜਦੇ ਹਾਂ ਔਰ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਵੀ ਕਿ ਆਖਿਰਕਾਰ ਉਹ ਇਹ ਸਾਰੇ ਮਸਲੇ ਦੇ ਉੱਤੇ ਕੀ ਕਹਿਣਾ ਚਾਹੁੰਦੇ ਆ। ਭਾਈ ਮਨਜੀਤ ਸਿੰਘ ਜੀ ਸਾਡੇ ਨਾਲ ਜੁੜੇ ਆ, SGPC ਦੇ ਪ੍ਰਧਾਨ ਨੇ। ਇਸ ਤੋਂ ਇਲਾਵਾ ਸਿਮਰਜੀਤ ਸਿੰਘ ਵੀ ਸਾਡੇ ਨਾਲ ਜੁੜੇ ਨੇ, ਸਿੱਖ ਬੁੱਧੀਜੀਵੀ ਨੇ। ਸਵਾਗਤ ਹੈ ਜੀ ਤੁਹਾਡਾ ਸਭ ਤੋਂ ਪਹਿਲਾਂ ਜੀ। ਭਾਈ ਮਨਜੀਤ ਸਿੰਘ ਜੀ, ਸਭ ਤੋਂ ਪਹਿਲਾਂ ਮੇਰਾ ਸਵਾਲ ਇਹੀ ਕਿ ਇਹ ਜੋ ਬੇਅਦਬੀ ਦੀ ਘਟਨਾ ਵਾਪਰੀ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਵਿੱਚ, ਜੋ ਘਟਨਾਕ੍ਰਮ ਵਾਪਰਿਆ, ਉਸ ਨੂੰ ਲੈ ਕੇ ਕੀ ਸੋਚਦੇ ਹੋ ਤੁਸੀਂ? ਸਾਰਾ ਜਿਹੜਾ ਇਹ ਘਟਨਾਕ੍ਰਮ ਸੀਗਾ ਉਸ ਦੇ ਪਿੱਛੇ ਕੀ ਮਨਸ਼ਾ ਹੋ ਸਕਦੀ ਹੈ, ਜਾਂ ਫਿਰ ਇੱਕ ਸ਼ਰਾਬ ਦੇ ਨਸ਼ੇ ਦੇ ਵਿੱਚ ਜੋ ਗ੍ਰਸਤ ਮਹਿਲਾ ਸੀ, ਜਿਸ ਤਰ੍ਹਾਂ SSP ਦੇ ਵੱਲੋਂ ਵੀ ਬਿਆਨ ਦਿੱਤਾ ਗਿਆ ਕਿ ਐਡਿਕਟਡ ਸੀਗੀ ਉਹ, ਜਾਂ ਫਿਰ ਇੱਕ ਇਹੀ ਵਜ੍ਹਾ ਹੋ ਸਕਦੀ ਹੈ ਕਿ ਉਹਦੀ ਸੁੱਧ ਬੁੱਧ ਇੰਨੀ ਵੀ ਨਹੀਂ ਕੰਮ ਕਰ ਰਹੀ ਸੀ ਕਿ ਆਖਰ ਮੈਂ ਕਰ ਕੀ ਰਹੀ ਹਾਂ? ਔਰ ਖ਼ਾਸ ਤੌਰ ਦੇ ਉੱਤੇ ਜਦੋਂ ਸਾਨੂੰ ਛੋਟੇ ਹੁੰਦੇ ਤੋਂ ਇਹ ਚੀਜ਼ਾਂ ਸਮਝਾਉਣ ਲੱਗ ਜਾਂਦੇ ਆ ਮਾਪੇ, ਜਾਂ ਜਿੱਥੇ ਵੀ ਅਸੀਂ ਵਿਚਰਦੇ ਹਾਂ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਜਾਣਾ ਹੈ ਤਾਂ ਗੁਰਦੁਆਰਾ ਸਾਹਿਬ ਦੀ ਮਰਿਆਦਾ ਹੁੰਦੀ ਹੈ, ਉੱਥੇ ਤੁਸੀਂ ਮੱਥਾ ਕਿਵੇਂ ਟੇਕਣਾ ਹੈ, ਉੱਥੇ ਤੁਸੀਂ ਬੈਠਣਾ ਕਿਵੇਂ ਹੈ, ਉੱਥੇ ਤਰਜੀਬ ਕਿਵੇਂ ਰੱਖਣੀ ਹੈ, ਤੁਸੀਂ ਬੋਲਣਾ ਕਿਵੇਂ ਹੈ, ਸਾਰੀਆਂ ਗੱਲਾਂ ਉੱਥੇ ਸਮਝਾਈਆਂ ਜਾਂਦੀਆਂ। ਔਰ ਉਸ ਤਰ੍ਹਾਂ ਦੇ ਪਰਿਵਾਰ ਦੇ ਵਿੱਚ ਜਨਮੀ ਇੱਕ ਮਹਿਲਾ ਇਸ ਤਰ੍ਹਾਂ ਦੇ ਕਾਰੇ ਨੂੰ ਕਰਦੀ ਹੈ ਤਾਂ ਕੀ ਮਨਸ਼ਾ ਸਮਝੀ ਜਾਏ ਉਸ ਦੇ ਪਿੱਛੇ? ਭਾਈ ਮਨਜੀਤ ਦੇਖੋ ਜੀ। ਹੈਲੋ, ਹਾਂਜੀ ਹਾਂਜੀ, ਤੁਹਾਡੀ ਆਵਾਜ਼ ਆ ਰਹੀ ਹੈ। ਹਾਂਜੀ, ਮੈਂ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਬੜੀ ਮੰਦਭਾਗੀ ਘਟਨਾ ਹੋਈ ਹੈ। ਮੰਦਭਾਗੀ ਘਟਨਾ ਹੋਈ ਹੈ ਜੀ, ਜਿੰਨੀ ਨਿੰਦਿਆ ਕੀਤੀ ਜਾਵੇ ਥੋੜੀ ਹੈ। ਲੇਕਿਨ ਜੇ ਉਹ ਸ਼ਰਾਬ ਵੀ ਉਹਨੇ ਪੀਤੀ ਸੀ, ਐਡਿਕਟਡ ਵੀ ਸੀ, ਤੇ ਫਿਰ ਗੁਰਦੁਆਰਾ ਸਾਹਿਬ ਨਹੀਂ ਆਉਣਾ ਚਾਹੀਦਾ। ਵੇਖੋ, ਗੁਰਦੁਆਰਾ ਸਾਹਿਬ ਦੇ ਵਿੱਚ ਜੇ ਸ਼ਰਾਬ ਵਾਲੇ ਆਉਣਗੇ ਜਾਂ ਐਡਿਕਟਡ ਇਸ ਤਰ੍ਹਾਂ ਦੇ ਬੰਦੇ ਆਉਣਗੇ ਤੇ ਫਿਰ ਸਾਡੇ ਸੇਵਾਦਾਰ ਉਹਨਾਂ ਨੂੰ ਸਾਰੀ ਦਿਹਾੜੀ ਚੁੱਕਣ 'ਚ ਰਹਿਣਗੇ। ਕਦੀ ਇਹਨੂੰ ਚੁੱਕ ਕੇ ਉਧਰ ਆਪਣੇ ਕਰ ਆਏ, ਜਦ ਦੂਜੇ ਨੂੰ ਚੁੱਕ ਕੇ ਇੱਧਰ ਕਰ ਆਏ, ਫਿਰ ਅਸੀਂ ਮਰਜ਼ਾਦਾ ਕਿਸ ਤਰ੍ਹਾਂ ਉਹਨੂੰ ਮੇਨਟੇਨ ਕਰਾਂਗੇ ਜੀ। ਸੋ ਜਿਸ ਤਰ੍ਹਾਂ ਕਿ ਉਹ ਸਰੋਵਰ ਦੇ ਕੰਢੇ ਦੇ ਉੱਤੇ ਸ਼ਰਾਬ ਦੇ ਉਹਦੇ ਕੋਲੇ ਇੱਕ ਹੈਗੀ ਸੀ, ਬੋਤਲ ਸੀ, ਤੇ ਉਹ ਪੀ ਰਹੀ ਸੀ। ਲੇਕਿਨ ਮੇਰੇ ਖਿਆਲ ਦੇ ਵਿੱਚ ਆ ਵੀ ਇਹ ਜਿਹੜੀ ਘਟਨਾ ਹੋਈ ਆ ਇਹ ਬਹੁਤ ਮੰਦਭਾਗੀ ਆ। ਕਿਆ ਹਰ ਵਾਰੀ ਇਹੋ ਹੀ ਜਾਂਦਾ ਹੈ, ਕਦੀ ਤਾਂ ਮੰਦਬੁੱਧੀ ਕਹਿ ਦਿੰਦੇ ਆ, ਕਦੀ ਕਹਿ ਦਿੰਦੇ ਐਡਿਕਟਡ ਸੀ, ਕਦੀ ਕੁਛ ਕਦੀ ਕੁਛ। ਜੇ ਐਡਿਕਟਡ ਆ ਉਹ ਗੁਰਦੁਆਰਾ ਸਾਹਿਬ ਨੂੰ ਕਿਉਂ ਆਉਂਦਾ ਹੈ? ਹੋਰ ਕਿਸੇ ਪਾਸੇ ਜਾ ਕੇ ਕਿਉਂ ਨਹੀਂ ਗਾ? ਉਹ ਗੱਡੀ ਵਾਲੇ ਪਾਸੇ ਕਿਉਂ ਨਹੀਂ ਚਲਾ ਗਿਆ? ਪਰਲੇ ਤਾਂ ਗੱਡੀ ਵੀ ਹੈਗੀ ਆ, ਮੋਟਰਾਂ ਹੈਗੀਆਂ, ਉਧਰ ਕਿਸੇ ਪਾਸੇ ਕਿਉਂ ਨਹੀਂ ਚਲੇ ਗਿਆ? ਸੋ ਮੈਂ ਕਹਿਣੀ ਚਾਹੁੰਦਾ ਹੈ ਕਿ ਇਹ ਵਾਰ-ਵਾਰ ਘਟਨਾਵਾਂ ਹੋ ਰਹੀਆਂ ਨੇ, ਫਿਰ ਗੁਰਦੁਆਰਾ ਸਾਹਿਬਾਨ ਵਿੱਚ ਹੀ ਹੋ ਰਹੀਆਂ ਨੇ। ਔਰ ਜਿਹੜੀ ਇਹਦੇ ਪਿੱਛੇ ਮਨਸ਼ਾ ਹੈ ਕੋਈ, ਅਸੀਂ ਆਨੇ ਆ ਇੱਥੇ ਦਰਬਾਰ ਸਾਹਿਬ ਦੇ ਲਾਗੇ ਵੀ ਧਮਾਕੇ ਹੋਏ ਆ, ਇੱਕ ਉਧਰ ਕਟਵਾਲੀ ਸਾਹਿਬ ਵੀ ਬੇਅਦਬੀ ਹੋਈ ਆ। ਇਹ ਸਰਕਾਰ ਦਾ ਫਰਜ਼ ਬਣਦਾ ਹੁੰਦਾ। ਦੋ ਤਿੰਨ ਗੱਲਾਂ ਜਿਹੜੀਆਂ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੁੰਦੀ ਹੈ। ਇੱਕ ਤਾਂ ਉੱਥੋਂ ਦੇ ਲਾ ਐਂਡ ਆਰਡਰ ਨੂੰ ਕਾਇਮ ਰੱਖਣਾ, ਇੱਕ ਉੱਥੋਂ ਦੇ ਪ੍ਰਦੇਸ਼ ਦਾ ਜਿਹੜਾ ਆਰਥਿਕਤਾ ਜਿਹੜੀ ਹੈ ਆ ਉਹਨੂੰ ਧਿਆਨ 'ਚ ਰੱਖਣਾ ਵੀ ਉਹ ਪੂਰੀ ਰਵੇ, ਔਰ ਜਾਨ ਤੇ ਮਾਲ ਦੀ ਰਾਖੀ ਕਰਨੀ। ਤੀਜਾ ਉਹਨਾਂ ਦਾ ਹੁੰਦਾ ਹੈ ਕਿ ਧਾਰਮਿਕ ਸਥਾਨਾਂ ਦੀ ਜਿਹੜੀ ਹੈ ਉਹ ਵੀ ਰੱਖਿਆ ਕਰਨੀ ਉਹਨਾਂ ਦਾ ਫਰਜ਼ ਬਣਦਾ ਹੈ। ਔਰ ਆਪਣੇ ਇਹ ਤਿੰਨ ਚਾਰ ਗੱਲਾਂ ਜਿਹੜੀਆਂ ਸਰਕਾਰਾਂ ਨੂੰ ਧਿਆਨ ਵਿੱਚ ਰੱਖਣੀ ਚਾਹੀਦੀਆਂ। ਤੇ ਮੈਂ ਸਮਝਦਾ ਵੀ ਤਿੰਨਾਂ ਚੌਂ ਗੱਲਾਂ 'ਚ ਹੀ ਸਰਕਾਰਾਂ ਫੇਲ ਹੋ ਗਈਆਂ ਨੇ। ਨਾ ਤਾਂ ਪੰਜਾਬ ਦੀ ਆਰਥਿਕਤਾ ਤੇ ਉਹ ਵੀ ਇਸ ਵੇਲੇ ਬਰਬਾਦੀ ਦੇ ਕੰਢੇ ਤੇ ਆ, ਤੇ ਕਾਨੂੰਨ ਦਾ ਰਾਜ ਆ ਤਾਂ ਉਹ ਵੀ ਇਸ ਵੇਲੇ ਪੰਜਾਬ ਦੀ ਧਰਤੀ ਤੇ ਨਹੀਂ ਦਿਸਦਾ, ਕਿਉਂਕਿ ਰੋਜ਼ ਘਟਨਾਵਾਂ ਹੋ ਰਹੀਆਂ। ਕਦੀ ਜੇਲ੍ਹਾਂ ਵਿੱਚੋਂ ਗੈਂਗਸਟਰ ਜਿਹੜੇ ਉਹ ਲੋਕਾਂ ਨੂੰ ਧਮਕੀਆਂ ਦੇ ਰਹੇ ਆ, ਫਰੌਤੀਆਂ ਮੰਗੀਆਂ ਜਾ ਰਹੀਆਂ ਨੇ, ਔਰ ਦਿਨ ਦਿਹਾੜੇ ਗੋਲੀਆਂ ਚੱਲਣ ਡੀਆਂ ਨੇ, ਔਰ ਧਾਰਮਿਕ ਸਥਾਨਾਂ ਦੀ ਜਿਹੜੀ ਆ ਉਹ ਹੁਰਮਤੀ ਹੋ ਰਹੀ ਆ। ਔਰ ਇਹਦੇ ਬਾਰੇ ਸਰਕਾਰ ਨੂੰ ਸਖਤ ਸਟੈਂਡ ਲੈਣਾ ਚਾਹੀਦਾ। ਔਰ ਇਹਦੇ ਪਿੱਛੇ ਮਨਸ਼ਾ ਕੀ ਆ, ਉਹ ਮਨਸ਼ਾ ਜਿਹੜੀ ਆ ਲੋਕਾਂ ਦੇ ਸਾਹਮਣੇ ਦੱਸਣੀ ਚਾਹੀਦੀ ਆ ਕਿ ਇਹ ਗੁਰਦੁਆਰਾ ਸਾਹਿਬ ਨੂੰ ਕਿਉਂ ਆਉਂਦੇ ਆ ਲੋਕ ਜਿਹੜੇ ਮਰਜ਼ਾਦਾ ਭੰਗ ਕਰਨ ਵਾਸਤੇ, ਉਹ ਹੋਰ ਕਿਤੇ ਕਿਉਂ ਨਹੀਂ ਜਾਂਦੇ? ਸੋ ਮੈਂ ਨਹੀਂ ਆਂਦਾ ਵੀ ਕਿਤੇ ਹੋਰ ਕਿਸੇ ਜਾ ਕੇ ਧਰਮ ਸਥਾਨ ਦੀ ਉਹ ਬੇਅਦਬੀ ਕਰਨ, ਇਹਦੀ ਮੇਰੀ ਮਨਸ਼ਾ। ਪਰ ਉਹ ਗੁਰਦੁਆਰਾ ਸਾਹਿਬ ਇਹਨਾਂ ਲੋਕਾਂ ਨੂੰ ਕਿਉਂ ਲੱਭਦਾ ਹੈ ਬੇਅਦਬੀ ਕਰਨ ਵਾਸਤੇ ਜਾਂ ਇੱਥੇ ਮਰਜ਼ਾਦਾ ਭੰਗ ਕਰਨ ਵਾਸਤੇ? ਇਹਦੇ ਨਾਲ ਮਨ ਬੜਾ ਦੁਖੀ ਹੈ, ਬਹੁਤ ਅਫਸੋਸ ਦੀ ਗੱਲ ਹੈ। ਔਰ ਲਾ ਪਾ ਕੇ ਫਿਰ ਜੇ ਸਰਕਾਰ ਵੀ ਨਹੀਂ ਕੁਛ ਕਰੂਗੀ ਜਾਂ ਕਾਨੂੰਨ ਦਾ ਰਾਜ ਹੀ ਨਹੀਂ ਚੱਲੂਗਾ ਤਾਂ ਫਿਰ ਇਹੋ ਜਿਹੀਆਂ ਘਟਨਾਵਾਂ ਵਾਪਰਨਗੀਆਂ। ਫਿਰ ਮੌਕੇ ਦੇ ਉੱਤੇ ਜਿਹੜਾ ਕੋਈ ਬੇਅਦਬੀ ਹੁੰਦੀ ਵਹਿੰਦਾ ਕੋਈ ਅਸਲੀ ਸਿੱਖ, ਫਿਰ ਉਹ ਉਸ ਘਟਨਾ ਨੂੰ ਅੰਜਾਮ ਦੇ ਦਿੰਦਾ ਹੈ। ਔਰ ਜੋ ਘਟਨਾ ਹੋਈ ਆ ਤੁਹਾਡੇ ਸਾਰਿਆਂ ਦੇ ਸਾਹਮਣੇ ਆ। ਔਰ ਇਸੇ ਤਰ੍ਹਾਂ ਇਹ ਜਿਹੜੀ ਉੱਥੇ ਕਤਵਾਲੀ ਦੀ ਘਟਨਾ ਹੋਈ ਸੀ, ਉਹ ਵੀ ਲੋਕਾਂ ਨੇ ਫੜ ਕੇ ਕੁੱਟ ਕੇ ਜਿਹੜੀ ਜੋ ਸਜ਼ਾ ਦਿੱਤੀ ਉਹ ਸਾਰਿਆਂ ਦੇ ਸਾਹਮਣੇ ਆ। ਸੋ ਇਸੇ ਤਰ੍ਹਾਂ ਜਦੋਂ ਅਬਦਾਲੀ ਨੇ ਆਪਣੇ ਮੱਸੇ ਰੰਗੜ ਨੇ ਦਰਬਾਰ ਸਾਹਿਬ ਦੇ ਵਿੱਚ ਜਿਹੜੀ ਬੇਅਦਬੀ ਕੀਤੀ ਸੀ, ਤੇ ਉਹਦੀ ਵੀ ਅਖੀਰ ਤੇ ਫਿਰ ਭਾਈ ਸੁੱਖਾ ਸਿੰਘ ਮਾੜੀ ਕੰਬੋਕੇ ਤੇ ਮਤਾਬ ਸਿੰਘ ਜਿਹੜਾ ਮੀਰਾ ਕੋਟ ਵਾਲਾ ਹੈ, ਉਹਨਾਂ ਨੂੰ ਫਿਰ ਉਹਦਾ ਬਦਲਾ ਲੈਣਾ ਪਿਆ ਸੀ। ਔਰ ਜ਼ਿਆਦਾ ਸਰਕਾਰ ਫਿਰ ਬਾਹਾਂ ਖੜੀਆਂ ਕਰਦੇ ਸਾਰੀ ਗੱਲ ਤੋਂ। ਫਿਰ ਆਪੇ ਖਾਲਸਾ ਪੰਥ ਜਾਣੇ
ਫਿਰ ਇਹ ਨਾ ਕੱਲ ਨੂੰ ਕਹਿਣ ਵੀ ਇਹ ਕਾਨੂੰਨ ਆਪਣੇ ਹੱਥ 'ਚ ਲੈਂਦੇ ਆ ਜੀ, ਇਹ ਆਪਣੇ ਜਿਹੜਾ ਇੱਥੇ ਜਿਹੜੀਆਂ ਇਹੋ ਜਿਹੀਆਂ ਗਰਮ ਗੱਲਾਂ ਕਰਦੇ ਆ, ਫਿਰ ਹੋਰ ਸਿੱਖ ਕਰੂਗਾ? ਜੇ ਸਿੱਖ ਦੇ ਗੁਰੂ ਜਿਹੜੇ ਉਹਦੀ ਬੇਅਦਬੀ ਹੁੰਦੀ ਆ, ਜਾਂ ਗੁਰੂ ਦੇ ਜਿੱਤ ਤੇ ਆਸ਼ਾ ਹੈ, ਗੁਰੂ ਦੇ ਆਪਣੇ ਗੁਰੂ ਗ੍ਰੰਥ ਸਾਹਿਬ ਤੇ, ਜਾਂ ਇੱਥੇ ਸੱਚਖੰਡ ਹਰਿਮੰਦਰ ਸਾਹਿਬ ਤੇ, ਜਾਂ ਕੋਈ ਵੀ ਗੁਰਦੁਆਰਾ ਸਾਹਿਬਾਨ ਆ, ਫਿਰ ਉਹ ਇਹਦੋਂ ਵੱਡੇ ਸਾਡੇ ਸਿੱਖ ਦੇ ਵਾਸਤੇ ਹੋਰ ਜਿਹਦਾ ਸਵਾਲ ਵੀ ਕਿਹੜੀ ਚੀਜ਼ ਰਹਿ ਗਈ ਆ? ਫਿਰ ਹੋਰ ਤਾਂ ਕੋਈ ਚੀਜ਼ ਸਾਨੂੰ ਦਿਸਦੀ ਨਹੀਂ ਗੀ। ਸੋ ਇਸ ਕਰਕੇ ਸਰਕਾਰਾਂ ਨੂੰ ਗੰਭੀਰ ਹੋਣਾ ਚਾਹੀਦਾ ਹੈ, ਪੰਜਾਬ ਦੇ ਕਾਨੂੰਨ ਦਾ ਜਿਹੜਾ ਰਾਜ ਉਹਨੂੰ ਸਥਾਪਿਤ ਕਰਨਾ ਚਾਹੀਦਾ। ਇਹੋ ਜਿਹੇ ਜਿਹੜੇ ਲੋਕ ਆ, ਇਹੋ ਜਿਹੀਆਂ ਘਟਨਾਵਾਂ ਹੋ ਰਹੀਆਂ ਨੇ, ਉਹਨਾਂ ਨੂੰ ਬਰੀਕੀ ਦੇ ਨਾਲ ਉਹਦੀ ਛਾਣਬੀਨ ਜਿਹੜੀ ਕਰਨੀ ਚਾਹੀਦੀ ਆ। ਔਰ ਅਜੇ ਤੱਕ ਕੋਈ ਰਿਜ਼ਲਟ ਨਹੀਂ ਨਿਕਲਿਆ। ਜਿਹੋ ਜਿਹੀਆਂ ਜਿੰਨੀਆਂ ਘਟਨਾਵਾਂ ਹੋ ਰਹੀਆਂ ਨੇ, ਕਦੀ ਆਖਦੇ ਨੇ ਮੰਦ ਬੁੱਧੀ ਸੀ, ਕਦੀ ਕਹਿ ਦਿੰਦੇ ਕੁਛ ਸੀ, ਕਦੀ ਕੁਛ ਸੀ। ਆਹ ਹੁਣ ਪਤਾ ਲੱਗਾ ਜਿਹੜਾ ਤੁਹਾਡੇ ਚੈਨਲ ਰਾਹੀਂ ਵੀ ਉਹ ਐਡਿਕਟਡ ਸੀ, ਤੇ ਉਹ ਐਡਿਕਟਡ ਆ, ਫਿਰ ਉਹ ਜਾ ਕੇ ਕਿਤੇ ਉਧਰ ਪਰਲੇ ਦਾ ਜਿੱਥੇ ਸ਼ਰਾਬ ਵਾਲੇ ਕੋਈ ਬਣੇ ਸੀ, ਉੱਥੇ ਜਾ ਕੇ ਸ਼ਰਾਬ ਪੀਣੀ ਚਾਹੀਦੀ ਸੀ। ਗੁਰਦੁਆਰਾ ਸਾਹਿਬ ਇਹੋ ਜਿਹੇ ਸ਼ਰਾਬ ਪੀਣ ਦਾ ਕੋਈ ਸਥਾਨ ਥੋੜ੍ਹਾ ਹੈਗਾ। ਤਾਂ ਬੜਾ ਮਨ ਦੁਖਦਾ ਹੈ, ਬੜਾ ਮਨ ਦੁਖੀ ਹੈ ਵੀ ਹਰ ਵਾਰੀ ਇਹੋ ਜਿਹੀਆਂ ਘਟਨਾਵਾਂ, ਕਦੀ ਕਿਸੇ ਗੁਰਦੁਆਰਾ ਸਾਹਿਬ, ਕਦੀ ਕਿਸੇ, ਅਸੀਂ ਫਿਰ ਨਿੰਦਿਆ ਕਰਨ ਜੋਗੇ ਰਹਿ ਗਏ ਮੇਰੇ ਖਿਆਲ ਦੇ ਵਿੱਚ। ਔਰ ਕੀ ਕਹਿ ਸਕਦੇ ਜੀ, ਬੜੇ ਔਖੇ, ਬੜੀ ਜਾਨ, ਬੜੀ ਤੰਗ, ਔਰ ਮਾਨਸਿਕ ਤੌਰ ਤੇ ਬੜੀ ਸਾਨੂੰ ਪੀੜਾ ਜਿਹੜੀਆਂ ਇਹੋ ਜਿਹੀਆਂ ਘਟਨਾਵਾਂ ਹੁੰਦੀਆਂ ਨੇ। ਔਰ ਪੰਜਾਬ ਦੀ ਧਰਤੀ ਤੇ ਖਾਸ ਕਰਕੇ ਗੁਰਦੁਆਰੇ ਸਾਹਿਬਾਨ ਵਿੱਚ ਇਹੋ ਜਿਹੀਆਂ ਘਟਨਾਵਾਂ ਬਿਲਕੁਲ ਨਹੀਂ ਹੋਣੀਆਂ ਚਾਹੀਦੀਆਂ। ਔਰ ਇਹਦੀ ਮੈਂ ਸਖਤ ਨਿੰਦਿਆ ਕਰਦਾ। ਸਰਕਾਰ ਨੂੰ ਚੇਤਾਵਨੀ ਦਿੰਦੇ ਆ ਕਿ ਇਹੋ ਜਿਹੀਆਂ ਸਾਰੀਆਂ ਘਟਨਾਵਾਂ ਪਿੱਛੇ ਕੌਣ ਹੈ, ਇਹ ਨੰਗਿਆ ਤਾਂ ਕਰੋ, ਇਹ ਚਾਲ ਕਿਹਦੀ ਆ? ਕਿਉਂਕਿ ਸਿੱਖਾਂ ਦੀ ਆਸਥਾ ਜਿਹੜੀ ਆ ਗੁਰੂ ਗ੍ਰੰਥ ਸਾਹਿਬ ਤੇ ਆ, ਤੇ ਜੇ ਗੁਰੂ ਗ੍ਰੰਥ ਸਾਹਿਬ ਤੋਂ ਆਸਥਾ ਹੀ ਤੋੜਨ ਵਾਸਤੇ ਇਹੋ ਜਿਹੇ ਸਾਜ਼ਿਸ਼ਾਂ ਹੁੰਦੀਆਂ ਰਹੀਆਂ, ਕਦੇ ਅਕਾਲ ਤਖ਼ਤ ਸਾਹਿਬ ਦੀ ਮਰਜ਼ਾਦਾ ਦੇ ਖਿਲਾਫ, ਕਦੀ ਸੱਚਖੰਡ ਹਰਿਮੰਦਰ ਸਾਹਿਬ ਜੀ ਦੇ ਆਪਣੇ ਮਰਜ਼ਾਦਾ ਦੀ ਲੰਘਣਾ, ਇਹ ਨਹੀਂ ਸਿੱਖ ਬਰਦਾਸ਼ਤ ਕਦੇ ਵੀ ਕਰ ਸਕਦਾ। ਹੋਰ ਸਾਰੀਆਂ ਗੱਲਾਂ ਬਰਦਾਸ਼ਤ ਹੋ ਸਕਦੀਆਂ, ਪਰ ਜਦੋਂ ਗੁਰੂ ਦੀ ਜਿੱਥੇ ਬੇਅਦਬੀ, ਉਹ ਕਿਸੇ ਸਿੱਖ ਨੇ ਕੋਈ ਬਰਦਾਸ਼ਤ ਨਹੀਂ ਕਰਨੀ। ਠੀਕ ਹੈ, ਚਲੋ ਦੁਬਾਰਾ ਤੁਹਾਡੇ ਕੋਲੇ ਆਵਾਂਗੇ। ਸਿਮਰਜੀਤ ਸਿੰਘ ਵੀ ਸਾਡੇ ਨਾਲ ਜੁੜੇ ਹੋਏ ਨੇ, ਸਿੱਖ ਬੁੱਧ ਜੀ ਵੀ ਆ। ਸਿਮਰਜੀਤ ਸਿੰਘ ਜੀ, ਸਭ ਤੋਂ ਪਹਿਲੀ ਗੱਲ ਇਹ ਕਿ ਸਿੱਖ ਪਰਿਵਾਰ ਦੇ ਵਿੱਚ ਜੇ ਜਨਮ ਹੋਇਆ, ਨਾਂ ਦੇ ਪਿੱਛੇ ਕੌਰ ਲੱਗਦਾ ਹੈ, ਔਰ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਇਸ ਤਰ੍ਹਾਂ ਦੀ ਘਟਨਾ ਕਰਨਾ, ਸਭ ਤੋਂ ਪਹਿਲੀ ਜਿਹੜੀ ਨਜ਼ਰ ਦੇ ਵਿੱਚ ਆਪਾਂ ਚੀਜ਼ ਨੂੰ ਦੇਖੀਏ, ਇਸ ਘਟਨਾ ਨੂੰ ਵੇਖੀਏ, ਤਾਂ ਕੀ ਦਿਮਾਗ ਦੇ ਵਿੱਚ ਆਉਂਦਾ ਹੈ? ਕੀ ਇਸ ਦੇ ਪਿੱਛੇ ਮਨਸ਼ਾ ਹੋ ਸਕਦੀ ਹੈ? ਕਿਉਂ ਇਹ ਸਭ ਕੁਝ ਕੀਤਾ ਗਿਆ? ਕਿਉਂ ਬਾਰ-ਬਾਰ ਇਸੇ ਤਰ੍ਹਾਂ ਦੀਆਂ ਜਿਹੜੀਆਂ ਉਹ ਘਟਨਾਵਾਂ ਵਾਪਰ ਰਹੀਆਂ ਨੇ? ਔਰ ਜਦੋਂ ਜਿਹੜੀ ਥਾਂ ਦੇ ਉੱਤੇ ਲੋਕ ਇਸ ਗੱਲ ਨੂੰ ਲੈ ਕੇ ਜਾਂਦੇ ਕਿ ਉੱਥੇ ਅਸੀਂ ਆਪਣੀ ਭੁੱਲ ਬਖਸ਼ਾਉਣੀ ਹੈ, ਜਾਂ ਸਾਨੂੰ ਕੋਈ ਮੁਸ਼ਕਲ ਹੈ, ਕੋਈ ਦਿੱਕਤ ਹੈ, ਤਾਂ ਅਸੀਂ ਗੁਰੂ ਸਾਹਿਬ ਦੇ ਅੱਗੇ ਨਤਮਸਤਕ ਹੋ ਕੇ ਇਹ ਫਰਿਆਦ ਕਰਨੀ ਹੈ ਕਿ ਗੁਰੂ ਸਾਹਿਬ ਉਸ ਦੇ ਵਿੱਚੋਂ ਸਾਨੂੰ ਕੱਢਿਓ, ਦੁੱਖ ਸਾਡੇ ਦੂਰ ਕਰਿਓ। ਉਸ ਥਾਂ 'ਤੇ ਅਜਿਹਾ ਕੁਝ ਵਾਪਰ ਜਾਣਾ ਬਹੁਤ ਮੰਦਭਾਗਾ। ਵੇਖੋ ਜੀ, ਜਿਹੜਾ ਹਰ ਆਮ ਸਿੱਖ ਆ ਜਾਂ ਹਰ ਬੰਦਾ ਇਹੀ ਸੋਚਦਾ ਹੈ ਵੀ ਜਦੋਂ ਕੋਈ ਇਹੋ ਜਿਹੀ ਘਟਨਾ ਹੁੰਦੀ ਆ, ਉਹਨੂੰ ਮੰਦ ਬੁੱਧੀ ਨਾਲ ਜੋੜ ਦਿੱਤਾ ਜਾਂਦਾ ਹੈ, ਮਾਨਸਿਕ ਹਾਲਤ ਨਾਲ ਜਾਂ ਨਸ਼ੇ ਦੀ ਹਾਲਤ ਨਾਲ। ਤੇ ਮੇਰੇ ਤੋਂ ਪਹਿਲਾਂ ਵੀ ਜਿਹੜੇ SGPC ਮੈਂਬਰ, ਉਹਨਾਂ ਨੇ ਵੀ ਇਹੋ ਹੀ ਕਿਹਾ ਕਿ ਜਿਹੜੇ ਇਹੋ ਜਿਹੇ ਵਿਅਕਤੀ ਆ, ਉਹ ਗੁਰਦੁਆਰਾ ਸਾਹਿਬ 'ਚ ਕਿਉਂ ਆਉਂਦੇ ਆ, ਹੋਰ ਬਾਜ਼ਾਰਾਂ 'ਚ, ਹੋਰ ਬੜੇ ਇਹੋ ਜਿਹੀਆਂ ਥਾਵਾਂ ਹੈਗੀਆਂ, ਉੱਥੇ ਕਿਉਂ ਨਹੀਂ ਜਾਂਦੇਗੇ? ਗੁਰਦੁਆਰਾ ਸਾਹਿਬ ਹੀ ਕਿਉਂ ਇਹਨਾਂ ਘਟਨਾਵਾਂ ਦਾ ਕੇਂਦਰ ਬਣਦਾ ਹੈ? ਇਸ ਤੋਂ ਦੇਖੋ, ਜਿਵੇਂ ਇਹ ਹੈ ਤਾਂ ਜਾਂਚ ਦਾ ਵਿਸ਼ਾ, ਪੁਲਿਸ ਦਾ ਵੀ, ਸਿਵਲ ਜਿਹੜੇ ਹੈਗੇ ਅਧਿਕਾਰੀ, ਉਹਨਾਂ ਦੇ ਵੀ ਇਹ ਜਾਂਚ ਦਾ ਵਿਸ਼ਾ ਹੈਗਾ। ਪਰ ਮੈਂ ਜਿਹੜਾ ਗੱਲ ਇਹੀ ਕਰਨਾ ਚਾਹੁੰਦਾ ਹੈਗਾ ਕਿ ਇਹਨਾਂ ਨੂੰ ਸਵਾਰ ਕੇ ਇਹਨਾਂ ਘਟਨਾਵਾਂ ਦੀ ਚੰਗੀ ਤਰ੍ਹਾਂ ਜਾਂਚ ਹੋਣੀ ਚਾਹੀਦੀ ਆ। ਮੇਰਾ ਮੰਨਣਾ ਇਹ ਆ, ਜਿਵੇਂ ਤੁਹਾਡੀ ਸਕਰੀਨ ਤੇ ਵੀ ਆ ਰਿਹਾ ਕਿ ਹਰ ਵਾਰੀ ਜਿਹੜੇ ਆ ਗੁਰੂ ਘਰ ਟਾਰਗੇਟ ਕਿਉਂ ਹੁੰਦੇ ਆ। ਮੇਰਾ ਮੰਨਣਾ ਹੈ ਕਿ ਗੁਰੂ ਘਰ ਟਾਰਗੇਟ ਹੋ ਰਹੇ ਆ। ਇੱਕ ਖਾਸ ਕਿਸਮ ਦਾ ਮਾਹੌਲ ਜਿਹੜਾ ਸਿੱਖਾਂ ਪ੍ਰਤੀ, ਪੰਜਾਬ ਪ੍ਰਤੀ, ਗੁਰੂ ਘਰਾਂ ਪ੍ਰਤੀ ਬਣਾਇਆ ਜਾ ਰਿਹਾ ਹੈ। ਜੇ ਅਸੀਂ ਪਿੱਛੇ ਜਾਈਏ ਤਾਂ 1984 ਤੇ ਦਰਬਾਰ ਸਾਹਿਬ ਦੇ ਹਮਲੇ ਨੂੰ ਜਸਟੀਫਾਈ ਕਰਨ ਵਾਸਤੇ ਵੀ ਇਹੋ ਜਿਹੇ ਹਾਲਾਤ ਪਹਿਲਾਂ ਪੈਦਾ ਕਰ ਦਿੱਤੇ ਗਏ ਸੀ, ਜਿਨ੍ਹਾਂ ਨਾਲ ਸਿੱਖਾਂ ਨੂੰ ਬਦਨਾਮ ਕੀਤਾ ਜਾਵੇ, ਪੰਜਾਬ ਦੇ ਲਾਅ ਐਂਡ ਆਰਡਰ ਦਾ ਜਿਹੜਾ ਵਿਸ਼ਾ ਬਣਾਇਆ ਜਾਵੇ, ਤੇ ਉਹ ਕਿਹਾ ਜਾਵੇ ਵੀ ਅਨਕੰਟਰੋਲੇਬਲ ਜਿਹੜੀ ਹੈਗੀ ਆ ਇੱਥੇ ਸਿਚੁਏਸ਼ਨ ਆ, ਇਸ ਕਰਕੇ ਸਾਨੂੰ ਇਹ ਕੰਮ ਕਰਨਾ ਪੈ ਰਿਹਾ। ਤੇ ਮੈਂ ਕਹਿਣਾ ਨਹੀਂ ਚਾਹੁੰਦਾ, ਪਰ ਇੱਕ ਜਿਹੜਾ ਹੈਗਾ ਮਤਲਬ ਕੰਪੈਰੇਟਿਵਲੀ ਜਦੋਂ ਦੇਖਦੇ ਆ, ਉਦੋਂ ਇਹ ਗੱਲ ਦਿਮਾਗ 'ਚ ਆਉਂਦੀ ਆ ਵੀ ਕਿਸੇ ਕਿਸਮ ਦਾ ਕੋਈ ਜਿਹੜਾ ਮਾਹੌਲ ਤਿਆਰ ਕੀਤਾ ਜਾ ਰਿਹਾ। ਤੇ ਜਦੋਂ ਵੀ ਅਸੀਂ ਵਰਲਡ 'ਚ ਇਹ ਦੇਖਦੇ ਹੈਗੇ ਆ, ਜੈਨੋਸਾਈਡ ਦੀ ਹਿਸਟਰੀ 'ਚ ਦੇਖਦੇ ਆ, ਜਾਂ ਘੱਟ ਗਿਣਤੀ ਕੌਮਾਂ ਦੀ ਤੇ ਹੋ ਰਹੇ ਜ਼ੁਲਮਾਂ ਨੂੰ ਦੇਖਦੇ ਆ, ਉਹਨਾਂ ਨੂੰ ਬਦਨਾਮ ਕਰਕੇ, ਟਾਰਗੇਟ ਕਰਕੇ ਇਹ ਇੱਕ ਆਧਾਰ ਬਣਾਇਆ ਜਾਂਦਾ ਹੈਗਾ
ਉਹਨਾਂ ਤੇ ਕੋਈ ਕਾਰਵਾਈ ਕਰਨ ਵਾਸਤੇ ਜਾਂ ਜਿਹੜਾ ਹੈਗਾ ਉਹਨਾਂ ਨੂੰ ਬਦਨਾਮ ਕਰਨ ਵਾਸਤੇ, ਜਾਂ ਮੈਨੂੰ ਇਹ ਲੱਗਦਾ ਹੈਗਾ ਇਹ ਕਿਸੇ ਵੱਡੇ ਸਾਜ਼ਿਸ਼ ਦਾ ਪਾਰਟ ਹੈ। ਕੋਈ ਔਰਤ ਆ ਉਹ ਸਪੈਸ਼ਲੀ, ਇਹ ਹੁਣ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ, ਸਪੈਸ਼ਲੀ ਉਹ ਆਉਂਦੀ ਆ, ਬੜੀ ਦੂਰੋਂ ਆਉਂਦੀ ਆ, ਦਰਬਾਰ ਸਾਹਿਬ ਜਿਹੜਾ ਹੈਗਾ ਦੁੱਖ ਨਿਵਾਰਨ ਸਾਹਿਬ ਦੇ ਅੰਦਰ ਆ ਜਾਂਦੀ, ਅੰਦਰ ਆ ਕੇ ਇੱਕ ਸਰੋਵਰ ਵਾਲੀ ਥਾਂ ਤਾਈਂ ਉਹ ਸ਼ਰਾਬ ਲਿਆਉਂਦੀ, ਉੱਥੇ ਲਿਆ ਕੇ ਸ਼ਰਾਬ ਪੀਂਦੀ ਆ। ਇਹ ਸਿੰਪਲੀ ਇਹਨੂੰ ਮੰਦਬੁੱਧੀ ਨਾਲ ਜਾਂ ਐਡਿਕਸ਼ਨ ਨਾਲ ਨਹੀਂ ਜੋੜਿਆ ਜਾ ਸਕਦਾ। ਜਿਵੇਂ ਅਸੀਂ ਪਹਿਲਾਂ ਵੀ ਦਰਬਾਰ ਸਾਹਿਬ ਬੇਅਦਬੀ ਹੁੰਦੀ ਆ, ਅਸੀਂ ਦੇਖਦੇ ਹਾਂ ਵੀ ਉਹ ਬੰਦੇ ਜਦੋਂ ਉਹਨਾਂ ਨੂੰ ਇਨਵੈਸਟੀਗੇਟ ਕੀਤਾ ਜਾਂਦਾ ਵੱਖ-ਵੱਖ ਥਾਵਾਂ ਤੇ ਜਿਹੜੇ ਬੇਅਦਬੀ ਕਰਦੇ ਆ, ਉਦੋਂ ਪਤਾ ਲੱਗਦਾ ਵੀ ਇਹ ਕਿਤੇ ਖਾਸ ਇੱਕ ਟ੍ਰੇਨਿੰਗ 'ਚੋਂ ਆਏ ਵੇ ਬੰਦੇ, ਉਹ ਕੁਝ ਬੋਲਦੇ ਨਹੀਂ, ਕੁਝ ਦੱਸਦੇ ਨਹੀਂ, ਕੁਝ ਖਾਸ ਕਿਸਮ ਦਾ ਉਹਨਾਂ ਨੂੰ ਖਵਾਇਆ ਗਿਆ। ਤੇ ਇਸੇ ਕਿਸਮ ਇਹਨਾਂ ਚੀਜ਼ਾਂ ਨਾਲ ਮੇਰਾ ਮੰਨਣਾ ਹੈ ਵੀ ਇਹਨਾਂ ਚੀਜ਼ਾਂ ਨਾਲ ਇਹਨਾਂ ਨੂੰ ਜੋੜ ਕੇ ਦੇਖਣਾ ਚਾਹੀਦਾ। ਇਹ ਕਿਸੇ ਵੱਡੇ ਸਕੀਮਿੰਗ ਦਾ ਪਾਰਟ ਆ, ਵੱਡੇ ਜਿਹੜਾ ਹੈਗਾ ਸਾਜ਼ਿਸ਼ ਦਾ ਪਾਰਟ ਆ। ਤੇ ਜਿਵੇਂ ਮੇਰੇ ਤੋਂ ਪਹਿਲਾਂ ਐਸਜੀਪੀਸੀ ਮੈਂਬਰ ਨੇ ਵੀ ਕਿਹਾ, ਇਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਇਹਨਾਂ ਦੀ ਘੋਖ ਪੜਤਾਲ ਹੋਣੀ ਚਾਹੀਦੀ ਹੈ। ਤੇ ਸਰਕਾਰ ਜਿਹੜੀ ਆ, ਸਰਕਾਰ ਬਿਲਕੁਲ ਨਾਅਹਿਲ ਆ ਇੱਥੇ, ਉਹ ਆਪਦੀ ਜ਼ਿੰਮੇਵਾਰੀ ਨਹੀਂ ਸਾਂਭ ਰਹੀ। ਸਿੱਖਾਂ ਨੂੰ, ਗੁਰੂ ਘਰਾਂ ਨੂੰ ਜਾਂ ਸਿੱਖ ਵਿਅਕਤੀਆਂ ਨੂੰ ਇਹਨਾਂ ਚੀਜ਼ਾਂ ਵਾਸਤੇ ਬਦਨਾਮ ਕੀਤਾ ਜਾਣਾ, ਜਦੋਂ ਕਿ ਸਰਕਾਰ ਜਿਹੜੀ ਹੈਗੀ ਆ ਉਹ ਆਪਦੀ ਜ਼ਿੰਮੇਵਾਰੀ ਬਿਲਕੁਲ ਨਹੀਂ ਸੰਭਾਲ ਰਹੀ। ਉਹਦੇ ਤੋਂ ਜਿਹੜਾ ਹੈਗਾ ਦੇਸ਼ ਦਾ ਕਾਨੂੰਨ ਆ, ਲਾਅ ਐਂਡ ਆਰਡਰ ਦੀ ਸਥਿਤੀ ਆ, ਉਹ ਸੰਭਾਲੀ ਨਹੀਂ ਜਾ ਰਹੀ। ਤੇ ਇਹ ਸਾਰੀ ਗੱਲ ਆ। ਠੀਕ ਹੈ, ਚਲੋ ਦੁਬਾਰਾ ਤੁਹਾਡੇ ਕੋਲੇ ਆਉਣਾ, ਭਾਈ ਮਨਜੀਤ ਸਿੰਘ ਕੋਲੇ ਚੱਲਦੇ ਹਾਂ ਇੱਕ ਵਾਰ। ਭਾਈ ਮਨਜੀਤ ਸਿੰਘ ਜੀ, ਜਿਸ ਤਰ੍ਹਾਂ ਨਿਰਮਲਜੀਤ ਸਿੰਘ ਦੇ ਵੱਲੋਂ ਇਹ ਸਭ ਕੁਝ ਕੀਤਾ ਗਿਆ, ਮੌਕੇ ਦੇ ਉੱਤੇ ਜਿਵੇਂ ਪੁਲਿਸ ਨੇ ਵੀ ਬਿਆਨ ਦਿੱਤਾ ਕਿ ਮੌਕੇ ਦੇ ਉੱਤੇ ਉਹਨਾਂ ਨੂੰ ਲੱਗਿਆ, ਦੁੱਖ ਹੋਇਆ ਇਸ ਗੱਲ ਦਾ, ਔਰ ਉਹਨਾਂ ਨੇ ਆਪਣੇ ਹਿਸਾਬ ਦੇ ਨਾਲ ਮੌਕੇ 'ਤੇ ਇਸ ਚੀਜ਼ ਦਾ ਰਿਐਕਟ ਕੀਤਾ ਔਰ ਗੋਲੀਆਂ ਚਲਾ ਦਿੱਤੀਆਂ। ਜੋ 3-4 ਗੋਲੀਆਂ ਉਹਨਾਂ ਦੇ ਪਿਸਤੌਲ ਦੇ ਵਿੱਚੋਂ ਲਾਇਸੈਂਸੀ ਸੀ ਜੋ ਨਿਕਲੀਆਂ, ਤੇ ਉਸ ਮਹਿਲਾ ਦੇ ਲੱਗਦੀਆਂ, ਉਸ ਦਾ ਜਿਹੜਾ ਉਹ ਕਤਲ ਹੋ ਜਾਂਦਾ। ਠੀਕ ਹੈ, ਆਪਾਂ ਵਾਰ-ਵਾਰ ਇਸ ਗੱਲ ਦਾ ਜ਼ਿਕਰ ਕਰਦੇ ਹਾਂ ਕਿ ਜਦੋਂ ਕਾਨੂੰਨ ਆਪਣਾ ਕੰਮ ਨਹੀਂ ਕਰਦਾ ਜਾਂ ਪਿਛਲੀਆਂ ਬੇਅਦਬੀਆਂ ਦਾ ਇਨਸਾਫ ਨਹੀਂ ਹੋਇਆ, ਤੇ ਉਸ ਤੋਂ ਬਾਅਦ ਇਹ ਸਾਰਾ ਕੁਝ ਵਾਪਰ ਰਿਹਾ। ਹਾਲਾਂਕਿ ਪੁਲਿਸ ਨੇ ਹੁਣ ਨਿਰਮਲਜੀਤ ਸਿੰਘ ਦੇ ਉੱਤੇ ਕਾਰਵਾਈ ਕਰ ਦਿੱਤੀ ਹੈ, ਮਾਮਲਾ ਉਹਨਾਂ ਦੇ ਉੱਤੇ ਜਿਹੜਾ ਉਹ ਦਰਜ ਹੋ ਜਾਣਾ। ਪਰ ਕੀ ਹੁਣ ਐਸਜੀਪੀਸੀ ਜਾਂ ਹੋਰ ਜਿਹੜੀਆਂ ਸਿੱਖ ਜਥੇਬੰਦੀਆਂ ਨੇ, ਉਹਨਾਂ ਨੂੰ ਨਿਰਮਲਜੀਤ ਸਿੰਘ ਦੇ ਨਾਲ ਜਾਂ ਉਹਨਾਂ ਦੇ ਪਰਿਵਾਰ ਦੇ ਨਾਲ ਆ ਕੇ ਕਿਸ ਤਰੀਕੇ ਦੇ ਨਾਲ ਖੜਨਾ ਚਾਹੀਦਾ ਹੈ? ਕਿਉਂਕਿ ਜੇ ਮੌਕੇ ਦੇ ਉੱਤੇ ਉਸਨੇ ਸਾਰਾ ਕੁਝ ਕੀਤਾ ਔਰ ਉਹਨੂੰ ਲੱਗਿਆ ਕਿ ਮਾੜੀ ਗੱਲ ਸੀ, ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਸੀ ਜਾਂ ਇਹਨੇ ਨਹੀਂ ਇਸ ਤਰ੍ਹਾਂ ਕਰਨਾ ਸੀਗਾ, ਤਾਂ ਉਹਨੂੰ ਲੱਗਿਆ ਕਿ ਮੈਂ ਮੌਕੇ 'ਤੇ ਸਜ਼ਾ ਦੇ ਸਕਦਾ। ਕਾਨੂੰਨ ਹਾਲਾਂਕਿ ਇਸ ਦੀ ਇਜਾਜ਼ਤ ਨਹੀਂ ਦਿੰਦਾ। ਕਾਨੂੰਨ ਨੇ ਇਸੇ ਕਰਕੇ ਹੀ ਕਾਰਵਾਈ ਨਿਰਮਲਜੀਤ 'ਤੇ ਕਰਨੀ ਹੈ। ਹੁਣ ਬਾਕੀ ਜਿਹੜੇ ਲੋਕ ਨੇ ਉਹਨਾਂ ਦੀ ਜ਼ਿੰਮੇਵਾਰੀ ਕੀ ਬਣਦੀ ਹੈ ਨਿਰਮਲਜੀਤ ਸਿੰਘ ਨੂੰ ਲੈ ਕੇ? ਵੇਖੋ, ਨਿਰਮਲ ਸਿੰਘ ਦੇ ਜਦੋਂ ਉਹਦੇ ਗੁਰੂ ਦੀ ਬੇਅਦਬੀ ਉਹਦੇ ਅੱਖਾਂ ਦੇ ਸਾਹਮਣੇ ਹੋਈ ਸੀ, ਤੇ ਕੋਈ ਵੀ ਸਿੱਖ ਬਰਦਾਸ਼ਤ ਥੋੜਾ ਕਰ ਸਕਦਾ ਵੀ ਮੇਰੇ ਗੁਰੂ ਦੀ ਬੇਅਦਬੀ ਮੇਰੇ ਅੱਖਾਂ ਦੇ ਸਾਹਮਣੇ ਹੋਵੇ। ਔਰ ਜੋ ਉਹਨੇ ਮੌਕੇ ਮੁਤਾਬਕ ਫੈਸਲਾ ਕੀਤਾ ਹੈ ਉਹ ਸਹੀ ਕੀਤਾ। ਹੋਰ ਕੀ ਕਰ ਸਕਦਾ ਸਿੱਖ? ਫਿਰ ਮੱਸੇ ਰੰਗੜ ਦਾ ਜਿਹੜਾ ਸਿਰ ਲਿਆ ਸੀਗਾ ਸੁੱਖਾ ਸਿੰਘ ਤੇ ਮਤਾਬ ਸਿੰਘ ਨੇ, ਉਹ ਵੀ ਇਹ ਵੇਖਦਾ ਰਹਿੰਦਾ ਵੀ ਮੈਂ ਹੁਣ ਮਤਲਬ ਆਪਣੇ ਗੁਰੂ ਦੀ ਬੇਅਦਬੀ ਵੇਖਦਾ। ਉਹ ਬੀਕਾਨੇਰ ਤੋਂ ਚੱਲ ਕੇ ਆ ਗਏ ਸੀ। ਹੁਣ ਉਹਦਾ ਜਜ਼ਬਾਤ ਸੀ, ਉਹ ਭੜਕ ਗਿਆ, ਤੇ ਉਹਨੇ ਉਹ ਜਿਹੜਾ ਸੀ ਇਹ ਘਟਨਾ ਨੂੰ ਅੰਜਾਮ ਦੇ ਦਿੱਤਾ। ਔਰ ਉਹ ਤੁਹਾਡੇ ਸਾਹਮਣੇ ਆ ਸਾਰਿਆਂ ਦੇ। ਸੋ ਉਹ ਇਹ ਤਾਂ ਮੌਕੇ ਮੁਤਾਬਕ ਜੋ ਉਹਨੇ ਉਹਦੇ ਗੁਰੂ ਨੇ ਉਹਨੂੰ ਆਪਣੀ ਸਮੱਤ ਬਖਸ਼ੀ, ਉਹਦੇ ਮੁਤਾਬਕ ਉਹਨੇ ਆਖਿਆ ਵੀ ਮੈਂ ਹੁਣ ਜਿਉਂਦਾ ਕਾਹਦੇ ਲਈ ਆ, ਜੇ ਸਾਡੇ ਗੁਰੂ ਦੀ ਬੇਅਦਬੀ ਇੱਥੇ ਸ਼ਰਾਬ ਵੀ ਇੱਥੇ ਪੀਤੀ ਜਾਣੀ ਆ, ਜਾਂ ਇੱਥੇ ਬੱਤੀਆ ਜਿਹੜਾ ਵੇਖਿਆ ਜਾਣਾ ਗੁਰੂ ਘਰ ਚ ਲੈ ਆਉਣਾ ਤੇ ਬੇਅਦਬੀ ਆ, ਤੇ ਹੋਰ ਮੈਂ ਨਹੀਂ ਉਹਨੇ ਬਰਦਾਸ਼ਤ ਕੀਤੀ ਇਹ ਗੱਲ। ਨਿਰਮਲ ਸਿੰਘ ਜਿਹੜੇ ਜੋ ਉਹਨਾਂ ਦਾ ਤੁਸੀਂ ਨਾਂ ਦੱਸਦੇ ਹੋ, ਸੋ ਇਹ ਸਿੱਖ ਕੋਈ ਵੀ ਬਰਦਾਸ਼ਤ ਨਹੀਂ ਕਰ ਸਕਦਾ ਹੁੰਦਾ ਵੀ ਉਹਦੇ ਗੁਰੂ ਦੀ ਬੇਅਦਬੀ, ਕਿਉਂਕਿ ਜੇ ਜੀਵੇ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿਛ ਖਾਏ। ਉਹਦੇ ਗੁਰੂ ਦੀ ਬੇਅਦਬੀ ਹੋਣ ਡਈ ਆ ਉਹਦੇ ਅੱਖਾਂ ਸਾਹਮਣੇ, ਹੋਰ ਫਿਰ ਸਿੱਖ ਕੀ ਉਹਦੇ ਕੋਲ ਚਾਰਾ ਕੀ ਹੈ? ਕਿਉਂਕਿ ਫੜ ਕੇ ਤਾਂ ਅੱਗੇ ਵੀ ਸਰਕਾਰ ਨੂੰ ਬੜੇ ਫੜਾਏ ਆ, ਉਹਦਾ ਰਿਜ਼ਲਟ ਕੋਈ ਨਹੀਂ ਆਉਂਦਾ, ਨਾ ਕਿਸੇ ਨੂੰ ਸਜ਼ਾ ਮਿਲਦੀ ਹੈ। ਰੋਜ਼ ਹੀ ਘਟਨਾ ਨੂੰ ਇਲਜ਼ਾਮ ਮਿਲ ਜਾਂਦਾ ਹੈ। ਫਿਰ ਹੋਰ ਰਾਹ ਵੀ ਕਿਹੜਾ ਹੈ ਸਿੱਖਾਂ ਦੇ ਕੋਲ? ਕਰਨਗੇ ਵੀ ਕੀ, ਜਾਣਗੇ ਵੀ ਕਿੱਧਰ ਨੂੰ ਹੁਣ ਫਿਰ। ਤੇ ਜੇ ਇਹੋ ਜਿਹਾ ਕੰਮ ਕਰਦੇ ਫਿਰ ਕਹਿਣਗੇ ਜੀ ਇਹ ਕਾਨੂੰਨ ਹੱਥ ਚ ਲੈਂਦੇ ਆ, ਤੇ ਫਿਰ ਹੋਰ ਫਿਰ ਰਾਹ ਤਾਂ ਕੋਈ ਦਿਸਦਾ ਨਹੀਂ, ਜਾਂ ਕੋਈ ਰਾਹ ਦੱਸ ਦਿਨ ਪਿਆ ਰਾਹ ਇਹਦੇ ਵਾਸਤੇ ਹੈਗਾ। ਸੋ ਇਹ ਮੇਰੇ ਖਿਆਲ ਦੇ ਵਿੱਚ ਆ ਜੋ ਵੀ ਉਹਨੇ ਕੀਤਾ, ਜਜ਼ਬਾਤਾਂ ਜਾਣ ਕੇ ਕੀਤਾ, ਜੋ ਉਹਨੂੰ ਉਹਦੇ ਗੁਰੂ ਨੇ ਪ੍ਰੇਰਨਾ ਦਿੱਤੀ ਆ, ਜੋ ਉਹਨੇ ਆਪਦੇ ਪਿਤਾ ਦੀ ਜਾਂ ਜੋ ਗੁਰੂ ਦੀ ਬੇਅਦਬੀ ਹੁੰਦੀ ਵੇਖੀ ਨਹੀਂ ਬਰਦਾਸ਼ਤ ਕਰ ਸਕਿਆ ਉਹ। ਨਹੀਂ, ਹੁਣ ਅੱਗੇ ਮੇਰਾ ਸਵਾਲ ਇਹ ਹੈ ਕਿ ਹੁਣ ਅੱਗੇ ਨਿਰਮਲਜੀਤ ਸਿੰਘ ਦੇ ਨਾਲ ਕੌਣ ਖੜੇਗਾ ਔਰ ਬਾਕੀ ਜਿਹੜੇ ਲੋਕ ਨੇ ਉਹਨਾਂ ਦੀ ਜ਼ਿੰਮੇਵਾਰੀ ਆਖਿਰਕਾਰ ਕੀ ਬਣਦੀ ਹੈ? ਤੁਸੀਂ ਵੀ ਜੇਕਰ ਇਸ ਚੀਜ਼ ਨੂੰ ਜਾਇਜ਼ ਠਹਿਰਾ ਰਹੇ ਹੋ, ਹੋਰ ਵੀ ਜਥੇਬੰਦੀਆਂ ਕਹਿ ਰਹੀਆਂ, ਹੁਣ ਨਿਰਮਲਜੀਤ ਨੂੰ ਲੈ ਕੇ ਉਹਨਾਂ ਦੀ ਜ਼ਿੰਮੇਵਾਰੀ ਕੀ ਹੈ? ਖਾਲਸਾ ਪੰਥ ਨੂੰ ਖਿਲਾਉਣਾ ਚਾਹੀਦਾ ਹੈ।
ਉਹਦੇ ਨਾਲ ਸਾਰਾ ਖਾਲਸਾ ਪੰਥ ਨੂੰ ਖਲੋਣਾ ਚਾਹੀਦਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਉਹਦੇ ਨਾਲ ਹੋਊਗੀ ਔਰ ਕੋਈ ਵੀ ਜਿਹੜਾ ਆਣ ਕੇ ਇਹੋ ਜਿਹੀ ਘਟਨਾ ਨੂੰ ਅੰਜਾਮ ਦਿੰਦਾ ਹੈ ਗੁਰਦੁਆਰੇ ਸਾਹਿਬਾਨ ਵਿੱਚ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਦੇ ਨਾਲ ਹਰ ਵਕਤ ਖਲੋਂਦੀ ਹੈ, ਕਿਉਂਕਿ ਸਿੱਖ ਧਰਮ ਦੇ ਜਿਹੜੇ ਗੁਰਦੁਆਰੇ ਸਾਹਿਬਾਨ ਆ ਔਰ ਉਹਦੀ ਸੇਵਾ ਸੰਭਾਲ ਜਿਹੜੀ ਆ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਿਲੀ ਹੈ। ਇਸੇ ਕਰਕੇ ਪ੍ਰਬੰਧਕ ਕਮੇਟੀ ਦਾ ਨਾਮ ਰੱਖਿਆ ਗਿਆ ਹੈ। ਤੇ ਜੋ ਕੋਈ ਉੱਥੇ ਆਣ ਕੇ ਗੁਰਦੁਆਰਿਆਂ ਦੀ ਆਪਣੇ ਮਰਿਆਦਾ ਵਿੱਚ ਖਿਆਲ ਪਾਉਣ ਦਾ ਯਤਨ ਕਰਦਾ ਹੈ ਤੇ ਉਹਦਾ ਸ਼੍ਰੋਮਣੀ ਕਮੇਟੀ ਜਿਹੜੀ ਉਹ ਜੇ ਕੋਈ ਇਹੋ ਜਿਹੀ ਕੋਈ ਗੱਲ ਕਰਦਾ ਸਿੰਘ ਤੇ ਉਹਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖਲੋਊਗੀ ਔਰ ਸਿੱਖ ਜਥੇਬੰਦੀਆਂ ਖਲੋਣਗੀਆਂ। ਉਹ ਆਪਣੇ ਗੁਰੂ ਦੇ ਬੇਅਦਬੀ ਨੂੰ ਕੋਈ ਬਰਦਾਸ਼ਤ ਨਹੀਂ ਕਰ ਸਕਦਾ ਔਰ ਸਾਰਾ ਖਾਲਸਾ ਪੰਥ ਉਹਦੇ ਨਾਲ ਖਲੋਊਗਾ ਔਰ ਖਲੋਣਾ ਚਾਹੀਦਾ ਸਾਰਿਆਂ ਨੂੰ ਉਹਦੇ ਨਾਲ। ਉਹਨੇ ਕੋਈ ਆਪਣਾ ਨਿੱਜੀ ਆਪਣੇ ਵਾਸਤੇ ਨਹੀਂਗਾ ਕੋਈ ਇਹ ਘਟਨਾ ਨੂੰ ਅੰਜਾਮ ਦਿੱਤਾ। ਉਹਨੇ ਆਪਣੇ ਗੁਰੂ ਦੀ ਜਿਹੜੀ ਉੱਥੇ ਮਰਿਆਦਾ ਭੰਗ ਹੋ ਰਹੀ ਸੀ ਔਰ ਜੋ ਬੇਅਦਬੀ ਹੋ ਰਹੀ ਸੀ ਉਹਨੂੰ ਨਹੀਂ ਉਹਨੇ ਬਰਦਾਸ਼ਤ ਕੀਤਾ ਔਰ ਨਾ ਸਿੱਖ ਨੂੰ ਕਰਨਾ ਹੀ ਚਾਹੀਦਾ ਜਦੋਂ ਇਹੋ ਜਿਹੀ ਗੱਲ ਹੁੰਦੀ ਆ। ਸੋ ਸਾਰਾ ਖਾਲਸਾ ਪੰਥ ਉਹਦਾ ਨਾਲ ਖਲੋਊਗਾ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਦੇ ਨਾਲ ਖਲੋਊਗੀ। ਸਿਮਰਜੀਤ ਸਿੰਘ ਜੀ, ਇੱਕ ਚੀਜ਼ ਜੇ ਆਪਾਂ ਇਹਦੇ ਪਿੱਛੇ ਵੇਖੀਏ, ਜਿਹੜੀਆਂ ਹੁਣ ਤੱਕ ਘਟਨਾਵਾਂ ਹੋਈਆਂ, ਮਰਿੰਡਾ ਵਾਲੀ ਦਾ ਆਪਾਂ ਜ਼ਿਕਰ ਇੱਕ ਦਿਨ ਕੀਤਾ, ਉਸ ਤੋਂ ਬਾਅਦ ਜਿਹੜੀ ਘਟਨਾ ਹੁਣ ਹੈਰੀਟੇਜ ਸਟੇਟ ਦੇ ਉੱਤੇ ਜੋ ਬੰਬ ਧਮਾਕੇ ਹੋਏ ਜਾਂ ਗੁਰੂ ਰਾਮਦਾਸ ਸਰਾਂ ਦੇ ਨਜ਼ਦੀਕ ਇੱਕ ਧਮਾਕਾ ਹੋ ਜਾਂਦਾ ਹੈ, ਉਹਦੇ ਵਿੱਚ ਹੁਣ ਜਿਹੜੇ ਮੁਲਜ਼ਮ ਸੀਗੇ ਤਾਂ ਉਹ ਤਕਰੀਬਨ ਸਿੱਖ ਪਰਿਵਾਰਾਂ ਦੇ ਨਾਲ ਉਹ ਸੰਬੰਧਿਤ ਨੇ ਸਾਰੇ। ਕੀ ਅਸੀਂ ਮਾਨਸਿਕ ਤੌਰ ਦੇ ਉੱਤੇ ਕਹਿ ਲਈਏ ਜਾਂ ਵਾਦਿਕ ਤੌਰ ਦੇ ਉੱਤੇ ਕਹਿ ਲਈਏ ਕਿ ਇੰਨੇ ਕੁ ਕਮਜ਼ੋਰ ਹੋ ਗਏ ਆ ਕਿ ਜੇ ਇਹਦੇ ਪਿੱਛੇ ਕੋਈ ਸਾਜ਼ਿਸ਼ ਵੀ ਹੋਵੇ, ਸਾਜ਼ਿਸ਼ ਦੇ ਤਹਿਤ ਉਹਨਾਂ ਨੂੰ ਕੋਈ ਲੈ ਕੇ ਆਇਆ ਜਾਂ ਉਹਨਾਂ ਦੀ ਆਪਦੀ ਸੋਚ ਸ਼ਕਤੀ ਜਿਹੜੀ ਇੰਨੀ ਘਟ ਗਈ, ਦਿਮਾਗ ਉਹਨਾਂ ਦਾ ਕੰਮ ਨਹੀਂ ਕੀਤਾ, ਇਸ ਤਰ੍ਹਾਂ ਦੇ ਕਾਰਨ ਨੂੰ ਅੰਜਾਮ ਦੇ ਦਿੱਤਾ, ਤਾਂ ਕੀ ਲੱਗਦਾ ਨਹੀਂ ਕਿ ਇੱਥੇ ਕਮੀਆਂ ਜਿਹੜੀਆਂ ਨੇ ਹੋਰ ਵੀ ਨੇ ਕਿ ਸਾਨੂੰ ਇਸ ਤਰ੍ਹਾਂ ਵਰਗਲਾ ਲਿਆ ਜਾਂਦਾ ਜਾਂ ਸਾਡੀ ਸਮਝ ਦੇ ਨਾਲ ਖੇਡਿਆ ਜਾਂਦਾ, ਦਿਮਾਗ ਦੇ ਨਾਲ ਖੇਡ ਕੇ ਤੇ ਇਸ ਪਾਸੇ ਵੱਲ ਤੋਰ ਦਿੱਤਾ ਜਾਂਦਾ ਕਿ ਤੁਸੀਂ ਆਪਣੇ ਹੀ ਗੁਰੂ ਘਰ ਦੇ ਵਿੱਚ ਜਾ ਕੇ ਬੇਅਦਬੀ ਕਰੋ, ਇਸ ਤਰ੍ਹਾਂ ਦੀ ਘਟਨਾ ਨੂੰ ਜਿਹੜਾ ਉਹ ਅੰਜਾਮ ਦਿਓ ਤਾਂ ਜੋ ਲੋਕ ਹੋਰ ਵੀ ਨੇ, ਇੱਕ ਤਾਂ ਸਿੱਖ ਭਾਵਨਾਵਾਂ ਨੂੰ ਤਾਂ ਠੇਸ ਪਹੁੰਚਣੀ ਹੈ, ਜਿਹੜੇ ਲੋਕ ਜਾਂ ਸੰਗਤ ਜੋ ਨਾਲ ਜੁੜੀ ਹੋਈ ਹੈ ਉਹਨਾਂ ਨੂੰ ਤਾਂ ਠੇਸ ਪਹੁੰਚਣੀ ਹੈ, ਪਰ ਦੁਨੀਆ ਭਰ ਦੇ ਵਿੱਚ ਵੀ ਇੱਕ ਇਸ ਤਰ੍ਹਾਂ ਦਾ ਸੁਨੇਹਾ ਜਾਂਦਾ ਹੈ ਕਿ ਉਹਦੇ ਨਾਂ ਦੇ ਪਿੱਛੇ ਕੌਰ ਸੀ, ਉਹਦੇ ਨਾਂ ਦੇ ਪਿੱਛੇ ਸਿੰਘ ਸੀਗਾ, ਉਹਨੇ ਫਿਰ ਵੀ ਜਿਹੜੀ ਇਹ ਬੇਅਦਬੀ ਨੂੰ ਅੰਜਾਮ ਦਿੱਤਾ। ਦੇਖੋ, ਇੱਕ ਕਮਿਊਨਿਟੀ ਆ, ਉਸ ਕਮਿਊਨਿਟੀ 'ਚ ਬੜੇ ਕਿਸਮ ਦੇ ਲੋਕ ਆ। ਜਦੋਂ ਅਸੀਂ ਸਿੱਖਾਂ ਦੀ ਗੱਲ ਕਰਦੇ ਹਾਂ ਉਹਨਾਂ 'ਚ ਗੁਰਮੁਖ ਵੀ ਆ, ਮਨਮੁਖ ਵੀ ਆ, ਸਧਾਰਨ ਲੋਕ ਵੀ ਆ। ਕਿਸੇ ਵੀ ਕਮਿਊਨਿਟੀ 'ਚ ਸਾਰੇ ਦੇ ਸਾਰੇ ਪੂਰਨ ਨਹੀਂ ਹੁੰਦੇਗੇ ਤੇ ਖਾਸ ਕਰਕੇ ਮੈਨੂੰ ਤਾਂ ਇਹ ਲੱਗਦਾ ਵੀ ਜਿਹੜੇ ਸਧਾਰਨ ਲੋਕ ਆ ਜਿਨ੍ਹਾਂ 'ਚ ਬਹੁਤ ਕਮੀਆਂ ਹੁੰਦੀਆਂ ਉਹਨਾਂ ਨੂੰ ਮਤਲਬ ਜਿਹੜਾ ਹੈਗਾ ਵਰਗਲਾਉਣਾ ਵੀ ਸੌਖਾ ਹੈ। ਜਿਵੇਂ ਮਤਲਬ ਆਪਾਂ ਦੇਖਦੇ ਹਾਂ ਕਿ ਇੱਕ ਜਿਵੇਂ ਨਸ਼ੇ ਦੀ ਗੱਲ ਲੈ ਲਈਏ ਵੀ ਨਸ਼ੇ ਵਾਲਿਆਂ 'ਚ ਜਿਹੜੇ ਕਮਜ਼ੋਰ ਮਨ ਆ ਉਹਨਾਂ ਨੂੰ ਮਤਲਬ ਆਪਦਾ ਅਡਿਕਟ ਬਣਾਇਆ ਜਾਂਦਾ, ਡਰੱਗ ਪੈਡਲਰ ਵੀ ਬਣਾਇਆ ਜਾਂਦਾ, ਮਤਲਬ ਨਸ਼ੇ ਤੇ ਲਾਇਆ ਵੀ ਜਾਂਦਾ। ਐਂ ਕਮਜ਼ੋਰ ਮਨ ਵਾਲੇ ਹਰੇਕ ਕਮਿਊਨਿਟੀ 'ਚ ਹੁੰਦੇ ਆ ਤੇ ਉਹਨਾਂ ਨੂੰ ਕਾਬੂ ਕਰ ਲਿਆ ਜਾਂਦਾ। ਪਰ ਗੱਲ ਇਹ ਨਹੀਂ ਗੀ ਕਿ ਉਹਨਾਂ ਦੀ ਆਇਡੈਂਟੀਟੀ ਕੀ ਆ, ਗੱਲ ਇਹ ਆ ਕਿ ਸਾਡੇ ਗੁਰੂ ਘਰਾਂ ਨੂੰ ਹਮੇਸ਼ਾ ਟਾਰਗੇਟ ਕੀਤਾ ਜਾ ਰਿਹਾ ਹੈਗਾ ਤੇ ਇਹ ਨਹੀਂ ਹੋਣਾ ਚਾਹੀਦਾ। ਉਹ ਭਾਵਾਂ ਠੀਕ ਆ, ਇੱਕ ਮਨਮੁਖ ਦੇ ਨਾਂ ਨਾਲ ਜਿਹੜਾ ਹੈਗਾ ਕੌਰ ਜਾਂ ਸਿੰਘ ਲੱਗਾ ਪਿਆ ਉਹ ਆ, ਉਹਦੀ ਥਾਂ ਤੇ ਕੋਈ ਹੋਰ ਵੀ ਹੋ ਸਕਦਾ। ਮੇਨ ਤਾਂ ਗੱਲ ਇਹ ਆ ਵੀ ਗੁਰੂ ਘਰਾਂ ਦੀ ਬੇਅਦਬੀ ਹੋ ਰਹੀ ਹੈਗੀ ਆ, ਸਾਡੇ ਇਸ਼ਟ ਨੂੰ ਟਾਰਗੇਟ ਕੀਤਾ ਜਾ ਰਿਹਾ ਤੇ ਜੇ ਕੋਈ ਅਣਖ ਵਾਲਾ ਬੰਦਾ ਉਹਨੂੰ ਡਿਫੈਂਡ ਕਰਦਾ ਜਾਂ ਉਹ ਨਹੀਂ ਕਰਨ ਦਿੰਦਾ, ਜਾਂ ਜਿਵੇਂ ਗੁਰ ਕੀ ਨਿੰਦਾ ਸੁਣੈ ਨਾ ਕਾਨ, ਭੇਟ ਕਰੋ ਤੇ ਸੰਗ ਕਿਰਪਾਨ, ਜਿਹੜਾ ਗੁਰੂ ਸਾਹਿਬ ਦੇ ਜਾਂ ਸਾਡੇ ਰਹਿਤਨਾਮਿਆਂ ਦੇ ਹੁਕਮ ਜਦੋਂ ਉਹਨਾਂ ਨੂੰ ਮੰਨਦਾ ਤੇ ਕਾਰਵਾਈ ਵੀ ਉਹਨਾਂ ਤੇ ਹੁੰਦੀ ਆ। ਤੇ ਇਹ ਗੱਲਾਂ ਦੇਖਣੀਆਂ ਚਾਹੀਦੀਆਂ ਹੈਗੀਆਂ ਵੀ ਜਿਹੜਾ ਸਿੱਖ ਆ, ਸਿੱਖ ਨੇ ਤਾਂ ਇੱਕ ਭਾਵੇਂ ਉਹ ਸਧਾਰਨ ਸਿੱਖ ਆ, ਉਹਨੇ ਆਪਦੀਆਂ ਭਾਵਨਾਵਾਂ ਮੁਤਾਬਕ, ਗੁਰਸਿੱਖ ਦੀਆਂ ਭਾਵਨਾਵਾਂ ਮੁਤਾਬਕ ਕੰਮ ਕਰਨਾ ਹੈਗਾ ਮੌਕੇ ਤੇ ਜੋ ਕਰਦਾ। ਮੇਨ ਇਹ ਹੈਗਾ ਕਿ ਇਹ ਕਿਉਂ ਹੋ ਰਿਹਾ, ਇਹਦੇ ਵਾਸਤੇ ਇੱਕ ਕਮਿਊਨਿਟੀ ਨੂੰ ਦੋਸ਼ ਦੇਣ ਦੀ ਥਾਂ, ਉਹਦੀ ਆਇਡੈਂਟੀਟੀ ਦੇਖਣ ਦੀ ਥਾਂ ਇਹ ਦੇਖਣਾ ਚਾਹੀਦਾ ਹੈਗਾ ਕਿ ਸਟੇਟ ਕੀ ਕਰ ਰਹੀ ਹੈਗੀ ਆ, ਟਾਰਗੇਟ ਹਮੇਸ਼ਾ ਸਿੱਖ ਹੀ ਕਿਉਂ ਹੋ ਰਹੇ ਆ। ਤੇ ਜਿਹੜਾ ਵੀ ਕੋਈ ਜਿਹਨੇ ਉਸ ਵੇਲੇ ਉਸ ਚੀਜ਼ ਦਾ ਬਾਰੇ ਰਿਐਕਟ ਕੀਤਾ ਉਹਦੇ ਨਾਲ ਸਾਰੀ ਕੌਮ ਨੂੰ ਖੜਨਾ ਚਾਹੀਦਾ। ਮੈਂ ਜਿਵੇਂ SGPC ਦੇ ਮੈਂਬਰ ਸਾਹਿਬ ਨੇ ਵੀ ਪਹਿਲਾਂ ਕਿਹਾ ਹੈਗਾ ਕਿ ਅਸੀਂ ਪੂਰੀ ਉਹਦੇ ਵਾਸਤੇ ਕਾਨੂੰਨੀ ਕਾਰਵਾਈ ਕਰਾਂਗੇ। ਮੈਂ ਵੀ ਇਹ ਕਹਿੰਦਾ ਕਿ ਸਮੂਹ ਕੌਮ ਦੇ ਚੰਗੇ ਤੋਂ ਚੰਗੇ ਵਕੀਲ ਆ ਜਿਹੜੇ ਉਹ ਸਾਨੂੰ ਹਾਇਰ ਕਰਨੇ ਚਾਹੀਦੇ ਆ। ਕੌਮ ਦੇ ਵਿੱਚ ਬਹੁਤ ਵੱਡੇ ਵਕੀਲ ਆ, ਉਹਨਾਂ ਨੂੰ ਫ੍ਰੀਲੀ ਉਹਨਾਂ ਦੇ ਕੇਸ ਲੜਨੇ ਚਾਹੀਦੇ ਆ ਜਾਂ ਸ਼੍ਰੋਮਣੀ ਕਮੇਟੀ ਨੂੰ ਉਹਨਾਂ ਨੂੰ ਪੇ ਕਰਨਾ ਚਾਹੀਦਾ। ਜਿਹੜਾ ਇੱਕ ਅਣਖ ਦਾ ਪ੍ਰਤੀਕ ਵਜੋਂ ਸਾਡੇ ਸਿੱਖ ਸਾਹਮਣੇ ਆਉਂਦੇ ਹੈਗੇ ਆ, ਕੌਮ ਨੂੰ ਉਹਨਾਂ ਦੇ ਨਾਲ ਖੜਨਾ ਚਾਹੀਦਾ। ਠੀਕ ਹੈ, ਚਲੋ ਦੁਬਾਰਾ ਤੁਹਾਡੇ ਕੋਲੇ ਆਉਣਾ, ਮੈਂ ਭਾਈ ਮਨਜੀਤ ਸਿੰਘ ਹੋਣਾ ਕੋਲੇ ਚੱਲਦੇ ਆ। ਇਸ ਦੇ ਵਿਚਾਲੇ ਮਨਜੀਤ ਸਿੰਘ ਜੀ, SGPC ਦੇ ਵੱਲੋਂ ਜਿਹੜਾ ਐਲਾਨ ਕੀਤਾ ਗਿਆ ਕੁਝ ਸਮੇਂ ਦੇ ਵਿੱਚ ਆਪਾਂ ਤੁਹਾਨੂੰ ਉਹ ਵੀ ਜਾਣਕਾਰੀ ਜਿਹੜੀ ਆ ਉਹ ਦਿੰਨੇ ਆ ਔਰ ਉਸੇ ਤੇ ਆਪਾਂ ਗੱਲਬਾਤ ਕਰਾਂਗੇ।
ਤਾਂ ਇਹ ਜਿਹੜੀ ਖਬਰ ਸਾਡੇ ਕੋਲ ਆਈ ਹੈ, ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਵਿੱਚ ਜੋ ਬੇਅਦਬੀ ਦੀ ਘਟਨਾ ਹੋਈ ਔਰ ਉਸ ਤੋਂ ਬਾਅਦ ਨਿਰਮਲਜੀਤ ਸਿੰਘ ਦੇ ਵੱਲੋਂ ਜੋ ਇੱਕ ਮਹਿਲਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਉਸ ਮਾਮਲੇ ਦੇ ਵਿੱਚ, ਤਾਂ ਉਸ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਜੋ ਇਹ ਸਾਰੀ ਘਟਨਾ ਵਾਪਰੀ ਹੈ, ਤਾਂ ਉਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੇ ਇਹ ਗੱਲ ਕਹੀ ਹੈ ਕਿ ਜੋ ਜ਼ਖਮੀ ਹੈ ਤੇ ਉਸ ਦੇ ਇਲਾਜ ਦਾ ਖਰਚਾ ਜਿਹੜਾ ਉਹ SGPC ਦੇ ਵੱਲੋਂ ਚੁੱਕਿਆ ਜਾਏਗਾ। ਸਿੱਖ ਵਿਰੋਧੀ ਤਾਕਤਾਂ ਸਾਜ਼ਿਸ਼ ਦੇ ਤਹਿਤ ਗੁਰੂ ਘਰਾਂ ਦੇ ਵਿੱਚ ਨਿਸ਼ਾਨਾ ਬਣਾ ਰਹੀਆਂ ਨੇ। ਐਡਵੋਕੇਟ ਹਰਜਿੰਦਰ ਸਿੰਘ ਧਾਮੀ SGPC ਦੇ ਪ੍ਰਧਾਨ ਨੇ, ਉਹਨਾਂ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਪਟਿਆਲਾ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਜੋ ਇਹ ਘਿਨਾਉਣੀ ਹਰਕਤ ਵਾਪਰੀ ਉਸ ਦੀ ਨਿੰਦਾ ਵੀ ਕੀਤੀ ਤੇ ਉਹਨਾਂ ਨੇ ਆਖਿਆ ਕਿ ਇਸ ਘਟਨਾਕ੍ਰਮ ਦੇ ਵਿੱਚ ਜੋ ਇੱਕ ਵਿਅਕਤੀ ਜ਼ਖਮੀ ਹੋਇਆ ਜੋ ਕਿ ਸੇਵਾ ਵੀ ਉੱਥੇ ਨਿਭਾਉਂਦਾ ਸੀਗਾ, ਤਾਂ ਉਸ ਦਾ ਖਰਚਾ SGPC ਦੇ ਵੱਲੋਂ ਚੁੱਕਿਆ ਜਾਵੇਗਾ। ਹਰਜਿੰਦਰ ਸਿੰਘ ਧਾਮੀ ਆਖ ਰਹੇ ਕਿ ਸਿੱਖ ਵਿਰੋਧੀ ਸ਼ਕਤੀਆਂ ਦੇ ਵੱਲੋਂ ਸੋਚੀ ਸਮਝੀ ਸਾਜ਼ਿਸ਼ ਦੇ ਨਾਲ ਗੁਰੂ ਘਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ, ਜਦਕਿ ਸਰਕਾਰ ਮੁੱਖ ਦਰਸ਼ਕ ਬਣ ਕੇ ਦੇਖ ਰਹੀ ਹੈ। ਉਹਨਾਂ ਆਖਿਆ ਕਿ ਪਟਿਆਲਾ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਅੰਦਰ ਜੋ ਲੜਕੀ ਦੇ ਵੱਲੋਂ ਸ਼ਰਾਬ ਪੀਤੀ ਗਈ, ਘਿਨਾਉਣੀ ਹਰਕਤ ਕੀਤੀ ਗਈ ਹੈ, ਇਹ ਸਹਿਮਨ ਵਾਪਰਿਆ ਵਰਤਾਰਾ ਨਹੀਂ ਹੋ ਸਕਦਾ। ਪੰਜਾਬ ਦੀ ਸਰਕਾਰ ਨੂੰ ਸਵਾਲਾਂ ਦੇ ਘੇਰੇ ਵਿੱਚ ਖੜੇ ਕਰਦੇ ਉਹਨਾਂ ਨੇ ਕਿਹਾ ਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ ਨਜ਼ਦੀਕ ਧਮਾਕਿਆਂ ਅਤੇ ਸ਼ਰਧਾਲੂਆਂ ਦੀ ਮਾਰਕਟਾਈ ਦੀ ਘਟਨਾਵਾਂ ਤੇ ਕਦੇ-ਕਦੇ ਵੱਖ-ਵੱਖ ਥਾਵਾਂ ਦੇ ਉੱਤੇ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਸਾਹਮਣੇ ਆ ਰਹੇ ਨੇ, ਇਹ ਸਿੱਖ ਵਿਰੋਧੀ ਵਰਤਾਰਾ ਪੰਜਾਬ ਸਰਕਾਰ ਦੀ ਨਾਕਾਮੀ ਦਾ ਨਤੀਜਾ ਹੈ, ਕਿਉਂਕਿ ਜੇਕਰ ਦੋਸ਼ੀਆਂ ਦੇ ਖਿਲਾਫ ਮਿਸਾਲੀ ਕਾਰਵਾਈ ਕੀਤੀ ਜਾਏ ਤਾਂ ਕਿਸੇ ਦਾ ਅਜਿਹਾ ਕਰਨ ਦਾ ਹਿਆ ਨਾ ਪਵੇ। ਉਹਨਾਂ ਇਹ ਵੀ ਕਿਹਾ ਕਿ ਜੇਕਰ ਸਰਕਾਰ ਸੰਜੀਦਾ ਹੋ ਕੇ ਬਣਦੀ ਜ਼ਿੰਮੇਵਾਰੀ ਨਿਭਾਏਗੀ ਤਾਂ ਅਜਿਹੀਆਂ ਸਾਜ਼ਿਸ਼ੀ ਘਟਨਾਵਾਂ ਨਹੀਂ ਵਾਪਰਨਗੀਆਂ। ਤਾਂ ਹਰਮੀਤ ਸਿੰਘ ਸਾਡੇ ਨਾਲ ਅੰਮ੍ਰਿਤਸਰ ਤੋਂ ਬਣੇ ਹੋਏ ਨੇ। ਹਰਮੀਤ, ਜਿਹੜਾ ਪ੍ਰੈਸ ਨੋਟ ਦਿੱਤਾ ਗਿਆ SGPC ਦੇ ਪ੍ਰਧਾਨ ਦੇ ਵੱਲੋਂ ਜਿਨ੍ਹਾਂ ਗੱਲਾਂ ਦਾ ਜ਼ਿਕਰ ਕੀਤਾ ਗਿਆ, ਤਾਂ ਉਹ ਤਫਸੀਲ ਦੇ ਨਾਲ ਦੱਸਿਓ ਕਿ ਇਸ ਦੇ ਵਿੱਚ ਹੋਰ ਕੀ ਗੱਲਾਂ ਦਾ ਜ਼ਿਕਰ ਹੈ। ਇੱਕ ਤਾਂ ਇਹ ਦੱਸਿਆ ਗਿਆ ਕਿ ਜਿਸ ਤਰ੍ਹਾਂ ਜੋ ਜ਼ਖਮੀ ਹੋਇਆ ਸੀਗਾ ਉੱਥੇ ਸੇਵਾਦਾਰ, ਉਸ ਦਾ ਖਰਚਾ ਚੁੱਕਿਆ ਜਾਏਗਾ। ਹੋਰ ਕੀ ਖਾਸ ਗੱਲਾਂ ਇਸ ਪ੍ਰੈਸ ਨੋਟ ਦੇ ਵਿੱਚ ਰਹੀਆਂ? ਹੁਣ ਤੱਕ ਦੀ ਗੱਲ ਕਰੀਏ ਤਾਂ ਦੁੱਖ ਨਿਵਾਰਨ ਗੁਰਦੁਆਰਾ ਸਾਹਿਬ ਦੀ ਜਿਹੜੀ ਘਟਨਾ ਆ, ਤਾਂ ਉਸ ਨੂੰ ਸੁਣ ਕੇ ਹੀ ਹਰ ਇੱਕ ਦੇ ਮਨ ਦੇ ਵਿੱਚ ਕਿਤੇ ਨਾ ਕਿਤੇ ਇੱਕ ਰੋਹ ਆਉਂਦਾ ਹੈ ਕਿ ਸਿੱਖ ਧਰਮ ਦੀ ਜੇ ਗੱਲ ਕਰੀਏ ਤਾਂ ਉੱਥੇ ਹੀ ਲਗਾਤਾਰ ਕਿਉਂ ਨਿਸ਼ਾਨਾ ਬਣ ਰਿਹਾ। ਕਿਉਂਕਿ ਇਸ ਤੋਂ ਜੇ ਪਿੱਛੇ ਦੀ ਗੱਲ ਕਰਾਂ, 10 ਦਿਨ ਪਹਿਲੇ ਦੀ ਗੱਲ ਕਰਾਂ, ਤਾਂ ਕੋਟਵਾਲੀ ਸਾਹਿਬ ਜਿਹੜਾ ਘਟਨਾ ਹੁੰਦੀ ਹੈ ਤਾਂ ਉੱਥੇ ਵੱਡਾ ਵਿਵਾਦ ਖੜਾ ਹੋ ਜਾਂਦਾ ਹੈ। ਸਿੱਖ ਵਿਰੋਧੀ ਤਾਕਤਾਂ ਜਿਹੜਾ ਚਾਹੁੰਦੀਆਂ ਨੇ ਕਿ ਜਿਹੜਾ ਭਾਈਚਾਰਾ ਹੈ ਟੁੱਟਿਆ ਰਵੇ, ਭਾਈਚਾਰਾ ਨਾ ਬਣੇ। ਸੋ ਲਗਾਤਾਰ ਹੀ ਫਿਰ ਇਸ ਤੋਂ ਬਾਅਦ ਬਲਾਸਟ ਦੀ ਘਟਨਾ ਸੁਣਨ ਨੂੰ ਮਿਲਦੀ ਹੈ। ਤਾਂ ਹੁਣ ਬੀਤੀ ਰਾਤ ਜੋ ਇਹ ਔਰਤ ਨੇ ਸ਼ਰਾਬ ਪੀਤੀ ਹੈ ਗੁਰਦੁਆਰਾ ਸਾਹਿਬ ਦੇ ਅੰਦਰ, ਦੁੱਖ ਨਿਵਾਰਨ ਸਾਹਿਬ ਦੇ ਅੰਦਰ, ਤਾਂ ਉੱਥੇ ਹੁਣ SGPC ਦਾ ਇੱਕ ਵੱਡਾ ਬਿਆਨ ਆਇਆ ਕਿ ਜਿਹੜੀ ਇਹ ਸਿੱਖ ਵਿਰੋਧੀ ਤਾਕਤਾਂ ਸਾਜ਼ਿਸ਼ ਤਹਿਤ ਗੁਰੂ ਘਰਾਂ ਨੂੰ ਨਿਸ਼ਾਨਾ ਬਣਾ ਰਹੀਆਂ ਨੇ, ਤੇ ਇਸ ਤੋਂ ਨਾਲ ਜਿਹੜਾ ਜ਼ਖਮੀ ਹੋਏ ਨੇ ਸੇਵਾਦਾਰ, ਉਹਨਾਂ ਦਾ ਜਿਹੜਾ ਖਰਚਾ ਆ ਉਹ SGPC ਆਪ ਚੁੱਕੇਗੀ, ਜਿੰਨਾ ਵੀ ਹੁਣ ਤੱਕ ਦਾ ਖਰਚਾ ਹੁੰਦਾ। ਪਰ ਇਹ ਜਿਹੜੀਆਂ ਸਰਕਾਰ ਦੇ ਉੱਤੇ ਵੀ ਵੱਡੇ ਇਲਜ਼ਾਮ ਲਾਏ ਨੇ ਕਿ ਸਰਕਾਰਾਂ ਆਪਣੀਆਂ ਢਿੱਲੀਆਂ ਕਾਰਗੁਜ਼ਾਰੀ ਕਰਦੀਆਂ ਪਈਆਂ, ਜਿਸ ਕਰਕੇ ਕਿ ਇਸ ਤਰੀਕੇ ਦੇ ਮਨਸੂਬੇ ਸਫਲ ਹੋ ਰਹੇ ਨੇ ਸਿੱਖ ਵਿਰੋਧੀ ਤਾਕਤਾਂ। ਠੀਕ ਹੈ ਹਰਮੀਤ, ਜੁੜਨ ਦੇ ਲਈ ਬਹੁਤ-ਬਹੁਤ ਧੰਨਵਾਦ। ਤਾਂ SGPC ਦੇ ਜਿਹੜੇ ਮੈਂਬਰ ਨੇ ਉਹ ਵੀ ਸਾਡੇ ਨਾਲ ਲਗਾਤਾਰ ਬਣੇ ਹੋਏ ਆ। ਮਨਜੀਤ ਸਿੰਘ, ਉਹਨਾਂ ਦੇ ਕੋਲੇ ਦੁਬਾਰਾ ਚੱਲਦੇ ਆ। ਮਨਜੀਤ ਸਿੰਘ ਜੀ, ਜਿਹੜਾ ਐਲਾਨ ਕੀਤਾ ਗਿਆ, ਤਾਂ ਫਿਲਹਾਲ ਜਿਹੜਾ ਐਲਾਨ ਆਪਾਂ ਜ਼ਿਕਰ ਕਰ ਰਹੇ ਸੀ ਨਿਰਮਲਜੀਤ ਸਿੰਘ ਨੂੰ ਲੈ ਕੇ, ਕਿ ਕੀ ਉਸ ਦੇ ਪਿੱਛੇ ਵੀ ਹੁਣ SGPC ਖੜੂਗੀ ਜਾਂ ਬਾਕੀ ਜਥੇਬੰਦੀਆਂ, ਪਰ ਫਿਲਹਾਲ ਜੋ ਐਲਾਨ ਹੋਇਆ ਉਹਦੇ ਮੁਤਾਬਕ ਉਹਨਾਂ ਨੇ ਕਿਹਾ ਕਿ ਜੋ ਜ਼ਖਮੀ ਹੋਇਆ ਸੀਗਾ ਸੇਵਾਦਾਰ, ਉਸ ਦੇ ਇਲਾਜ ਦੇ ਲਈ ਸਾਰਾ ਜਿਹੜਾ ਉਹ ਖਰਚਾ ਚੁੱਕਿਆ ਜਾਊਗਾ। ਤਾਂ ਸਰਕਾਰ ਦੇ ਉੱਤੇ ਸਿੱਧੇ ਤੌਰ ਦੇ ਉੱਤੇ ਭਾਂਡਾ ਭੰਨ ਦਿੱਤਾ ਗਿਆ। ਕਿ ਤੁਸੀਂ ਵੀ ਇਹੀ ਗੱਲ ਸਮਝਦੇ ਹੋ ਕਿ ਜੇਕਰ ਪਿਛਲੀਆਂ ਬੇਅਦਬੀਆਂ ਦਾ ਇਨਸਾਫ ਹੁਣ ਤੱਕ ਹੋਇਆ ਹੁੰਦਾ ਔਰ ਜਿਹੜੇ ਉਹਨਾਂ ਦੇ ਮੁਲਜ਼ਮ ਸੀ ਉਹਨਾਂ ਦੇ ਪਿੱਛੇ ਦੀ ਸੋਚ ਸਮਝ ਆ ਜਾਂਦੀ ਕਿ ਉਹਨਾਂ ਨੇ ਹੁਣ ਤੱਕ ਹੀ ਘਟਨਾਵਾਂ ਨੂੰ ਅੰਜਾਮ ਕਿਉਂ ਦਿੱਤਾ, ਤਾਂ ਫਿਰ ਇਹ ਘਟਨਾ ਜਿਹੜੀ ਉਹ ਰੋਕੀ ਜਾ ਸਕਦੀ ਸੀ, ਜਾਂ ਫਿਰ ਇਹਦੇ ਲਈ ਹੋਰ ਵੀ ਯਤਨਸ਼ੀਲ ਹੋਣਾ ਪਊਗਾ, ਹੋਰ ਵੀ ਤਰੀਕੇ ਅਪਣਾਉਣੇ ਪੈਣਗੇ। ਬਾਕੀ ਜਥੇਬੰਦੀਆਂ ਜੋ ਨੇ ਜਾਂ ਸਿੱਖ ਬੁੱਧੀਜੀਵੀ ਨੇ, ਉਹਨਾਂ ਨੂੰ ਸਿਰ ਜੁੜ ਕੇ ਬੈਠਣਾ ਪਊਗਾ ਤਾਂ ਜੋ ਇਹਦੇ ਨਿਚੋੜ ਕੱਢਿਆ ਜਾ ਸਕੇ ਔਰ ਘਟਨਾਵਾਂ ਨੂੰ ਰੋਕਣ ਦੇ ਵਿੱਚ ਕਾਮਯਾਬ ਹੋ ਸਕੀਏ। ਵੇਖੋ ਜੀ, ਇਹ ਤਾਂ ਸਰਕਾਰ ਕਦੇ ਵੀ ਸੰਜੀਦਾ ਨਹੀਂ ਹੋਈ। ਜੇ ਸੰਜੀਦਾ ਹੁੰਦੀ ਤੇ ਇਹੋ ਜਿਹੀਆਂ ਘਟਨਾ ਜਿਹੜੀਆਂ ਵਾਪਰੀਆਂ ਨਹੀਂ ਸੀ ਵਾਪਰਨੀਆਂ, ਕਿਉਂਕਿ ਜਦੋਂ ਮਿਸਾਲੀ ਸਜ਼ਾ ਨਹੀਂ ਕਿਸੇ ਨੂੰ ਮਿਲਦੀ, ਜੋ ਫੜਿਆ ਜਾਂਦਾ ਹੈ ਉਹਨੂੰ ਕਹਿ ਦਿੱਤਾ ਜਾਂਦਾ ਹੈ ਮੰਦਬੁੱਧੀ ਆ ਜੀ, ਇਹ ਤਾਂ ਜਾਣਦਾ ਕੁਛ ਨਹੀਂ ਸੀ, ਇੱਥੇ ਆ ਗਿਆ ਔਰ ਆਹ ਹੋ ਗਿਆ ਉਹ ਹੋ ਗਿਆ।
ਉਹ ਲਗੋਂ ਨਾਲ ਮਿੱਟੀ ਜਿਹੜੀ ਆ ਹਰ ਵਾਰੀ ਝੜ ਜਾਂਦੀ ਹੈ। ਸੋ ਆ ਜਿਹੜੇ ਇੱਥੇ ਦਰਬਾਰ ਸਾਹਿਬ ਦੇ ਨੇੜੇ ਫੜੇ ਗਏ ਸੀਗੇ ਆਪਣੇ ਸ਼੍ਰੋਮਣੀ ਕਮੇਟੀ ਦੇ ਟਾਸਕ ਫੋਰਸ ਨੇ ਜਿਹੜੇ ਫੜਾਏ ਸੀ ਧਮਾਕੇ ਕਰਨ ਵਾਲੇ, ਉਹਨਾਂ ਬਾਰੇ ਨਹੀਂ ਦੱਸਿਆ ਜਾ ਰਿਹਾ ਵੀ ਉਹਦੇ ਪਿੱਛੇ ਸਾਜ਼ਿਸ਼ ਕੀ ਸੀ, ਉਹਨਾਂ ਨੂੰ ਕਿਹਨੇ ਭੇਜਿਆ ਸੀ, ਉਹ ਕਿਉਂ ਦਰਬਾਰ ਸਾਹਿਬ ਦੇ ਆਲੇ ਦੁਆਲੇ ਇਹੋ ਜਿਹੀਆਂ ਗੱਲਾਂ ਕਰਦੇ। ਉਹ ਤਾਂ ਉਹਨਾਂ ਦੇ ਕੋਲੇ ਹੀ ਆ ਨੇ ਜਿਹੜੇ ਮੁਲਜ਼ਮ ਨੇ, ਉਹਨਾਂ ਬਾਰੇ ਨਹੀਂ ਦੱਸਿਆ ਜਾ ਰਿਹਾ। ਤੇ ਹੋਰ ਕਿਸੇ ਨੇ ਸਰਕਾਰ ਨੇ ਕੀ ਕਰਨਾ ਜੀ, ਦੱਸੋ ਇਹਦੇ ਬਾਰੇ। ਉਹ ਜਿਹੜੇ ਬੰਦੇ ਫੜੇ ਆ ਉਹਨਾਂ ਦੇ ਕੋਲੇ ਆ, ਔਰ ਹੋਰ ਵੀ ਬੰਦੇ ਦੋ ਕੁ ਉਹਨਾਂ ਨੇ ਫੜੇ ਆ, ਪਰ ਉਹਨਾਂ ਬਾਰੇ ਦੱਸਣਾ ਤਾਂ ਚਾਹੀਦਾ ਹੈ ਵੀ ਆਹ ਇਹਨਾਂ ਦੀ ਮਨਸ਼ਾ ਸੀ, ਐਸ ਕਰਕੇ ਇਹ ਸੱਚਖੰਡ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਜਿਹੜੇ ਆ ਇਹ ਧਮਾਕੇ ਕਰ ਰਹੇ ਸੀ, ਔਰ ਇਹਦੇ ਪਿੱਛੇ ਕੌਣ ਸੀ ਇਹ ਦੱਸਣਾ ਚਾਹੀਦਾ ਸੀ। ਅੱਜ ਤੱਕ ਕਿਸੇ ਨੂੰ ਕੋਈ ਪਤਾ ਨਹੀਂ ਲੱਗਾ। ਮੇਰੇ ਖਿਆਲ ਅੱਜ 6-7 ਦਿਨ ਹੋ ਗਏ ਹੋਣੇ ਉਸ ਗੱਲ ਨੂੰ, 5-6 ਦਿਨ ਹੋ ਗਏ। ਸੋ ਇਹ ਗੱਲ ਲੋਕਾਂ ਸਾਹਮਣੇ ਆਊਗੀ ਤੇ ਫਿਰ ਹੀ ਲੋਕਾਂ ਨੂੰ ਕੋਈ ਸਮਝ ਆਊਗੀ ਵੀ ਆਹ ਇਹਦੇ ਪਿੱਛੇ ਜਿਹੜੀਆਂ ਸ਼ਕਤੀਆਂ ਕੰਮ ਕਰ ਰਹੀਆਂ ਨੇ, ਇਹੋ ਟਾਰਗੇਟ ਕਰ ਰਹੀਆਂ ਨੇ ਸਿੱਖ ਧਰਮ ਨੂੰ ਔਰ ਸਿੱਖ ਗੁਰਦੁਆਰਿਆਂ ਨੂੰ ਟਾਰਗੇਟ ਕਰ ਰਹੀਆਂ ਨੇ। ਸੋ ਇਹ ਜਿਹੜੀ ਬੜੀ ਵੱਡੀ ਸਾਜ਼ਿਸ਼ ਹੈ, ਇਹਨੂੰ ਜ਼ਰੂਰ ਮਤਲਬ ਬੇਨਕਾਬ ਕਰਨਾ ਪਊਗਾ। ਹਨੇਰੇ ਸਵੇਰੇ ਸਰਕਾਰ ਨੂੰ ਜਿਹੜਾ ਹੈ ਉਹ ਮੂਕ ਦਰਸ਼ਕ ਬਣ ਕੇ ਨਹੀਂ ਰਹਿਣਾ ਚਾਹੀਦਾ। ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜੀ ਪ੍ਰਧਾਨ ਸਾਹਿਬ ਵੱਲੋਂ ਜਿਹੜੀ ਆਈ ਆ ਉਹਨਾਂ ਦੀ ਪ੍ਰੈਸ ਨੋਟ ਆਇਆ, ਮੈਂ ਉਹਨੂੰ ਜਸਟੀਫਾਈ ਕਰਦਾ ਕਿਉਂਕਿ ਉਹਨਾਂ ਬੜੇ ਸੋਚ ਸਮਝ ਕੇ ਦਿੱਤਾ, ਸਿਆਣੇ ਨੇ। ਸੋ ਉਹ ਇਹ ਜਿਹੜਾ ਸਾਰਾ ਵਰਤਾਰਾ ਹੈ ਇਹਨੂੰ ਬੇਨਕਾਬ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਔਰ ਕਰਨਾ ਚਾਹੀਦਾ ਸਰਕਾਰ ਨੂੰ। ਠੀਕ ਹੈ, ਚਲੋ ਦੁਬਾਰਾ ਤੁਹਾਡੇ ਕੋਲੇ ਆਵਾਂਗੇ। ਸਿਮਰਜੀਤ ਸਿੰਘ ਜੀ, ਇਹੀ ਸਵਾਲ ਤੁਹਾਡੇ ਤੋਂ ਵੀ ਹੈ ਕਿ ਉਹਨਾਂ ਨੇ ਜਿਹੜੀ ਗੱਲ ਕਹੀ ਕਿ ਸਰਕਾਰ ਨੂੰ ਬਣਦੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਸੀ, ਸਰਕਾਰ ਮੁਖਦਰਸ਼ਕ ਬਣ ਕੇ ਬੈਠੀ ਹੈ। ਪਿਛਲਿਆਂ ਦੇ ਜੇ ਸੋਚ ਸਮਝ ਆ ਜਾਂਦੀ ਕਿ ਉਹਨਾਂ ਨੇ ਸਭ ਕੁਝ ਕਿਉਂ ਕੀਤਾ ਹੈ, ਇਹ ਬੇਅਦਬੀ ਦੀਆਂ ਘਟਨਾਵਾਂ ਕਿਉਂ ਵਾਪਰੀਆਂ, ਤਾਂ ਉਸ ਤੋਂ ਬਾਅਦ ਹੋ ਸਕਦਾ ਕਿ ਆਹ ਵਾਲੀ ਜਿਹੜੀ ਘਟਨਾ ਹੋਈ ਹੈ ਇਸ ਨੂੰ ਰੋਕਿਆ ਜਾ ਸਕਦਾ ਸੀ। ਪਰ ਤੁਹਾਨੂੰ ਵੀ ਲੱਗਦਾ ਹੈ ਕਿ ਸਿਰਫ ਸਰਕਾਰ ਜੇ ਉਹਨਾਂ ਘਟਨਾਵਾਂ ਦਾ ਪਤਾ ਲਵਾ ਲਵੇ ਤੇ ਫਿਰ ਹੀ ਇਹਨਾਂ ਚੀਜ਼ਾਂ ਨੂੰ ਰੋਕਿਆ ਜਾ ਸਕਦਾ ਹੈ, ਜਾਂ ਇਹਦੇ ਨਾਲ ਹੋਰ ਵੀ ਬਹੁਤ ਸਾਰੀਆਂ ਗੱਲਾਂ, ਬਹੁਤ ਸਾਰੀਆਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਣਾ ਪਊਗਾ, ਬਹੁਤ ਸਾਰੇ ਕਦਮ ਚੁੱਕਣੇ ਪੈਣਗੇ, ਫਿਰ ਹੀ ਇਹ ਘਟਨਾਵਾਂ ਰੁਕ ਸਕਣਗੀਆਂ? ਦੇਖੋ, ਇਹ ਗੱਲ ਤਾਂ ਠੀਕ ਆ ਕਿ ਸਰਕਾਰ ਜਿਹੜੀ ਨਾਕਾਮ ਹੋਈ ਆ, ਕਾਨੂੰਨ ਵਿਵਸਥਾ ਬਣਾਈ ਰੱਖਣਾ ਸਰਕਾਰ ਦਾ ਕੰਮ ਹੈਗਾ। ਪਰ ਦੂਜੇ ਪਾਸੇ ਨਾਲ ਇਹ ਆ ਵੀ ਸਾਨੂੰ ਆਪਦੇ ਗੁਰੂ ਘਰਾਂ ਪ੍ਰਤੀ, ਉਹਨਾਂ ਦੀ ਸਿਕਿਉਰਿਟੀ ਪ੍ਰਤੀ ਜ਼ਿਆਦਾ ਸੰਜੀਦਾ ਹੋਣਾ ਚਾਹੀਦਾ। ਗੁਰੂ ਘਰਾਂ 'ਚ ਇਹੋ ਜਿਹੇ ਵਿਅਕਤੀ ਇੱਕ ਖਾਸ ਮੁਕਰਰ ਥਾਂ ਤਾਈਂ ਕਿਵੇਂ ਪਹੁੰਚ ਜਾਂਦੇ ਹੈਗੇ ਆ, ਇਹਦੇ ਬਾਰੇ ਸਾਨੂੰ ਧਿਆਨ ਦੇਣਾ ਚਾਹੀਦਾ। ਪਿੱਛੇ ਜਿਵੇਂ ਇੱਕ ਘਟਨਾ ਦਰਬਾਰ ਸਾਹਿਬ ਅੰਮ੍ਰਿਤਸਰ 'ਚ ਹੋਈ ਆ, ਤੇ ਉਹ ਬੜੇ ਸਧਾਰਨ ਜਿਹੇ ਲੋਕ ਜਿਹੜੇ ਆ ਜਦੋਂ ਉੱਥੋਂ ਦੇ ਸੇਵਾਦਾਰ ਨੇ ਦਰਬਾਰ ਸਾਹਿਬ ਦੇ ਨੇ ਮਤਲਬ ਵੀ ਆਪਦੀ ਜ਼ਿੰਮੇਵਾਰੀ ਨਿਭਾਈ, ਤਾਂ ਉਹਦੇ ਅਗੇਂਸਟ ਮਤਲਬ ਕਾਫੀ ਪ੍ਰੋਪੇਗੰਡਾ ਕਰਨ ਲੱਗ ਗਏ। ਐਂ ਨਹੀਂ ਹੋਣਾ ਚਾਹੀਦਾ। ਸਾਨੂੰ ਮੇਨ ਜਦੋਂ ਸਾਡੀ ਜ਼ਿੰਮੇਵਾਰ ਪਰਸਨ ਉੱਥੇ ਸੇਵਾਦਾਰ ਆ, ਤੇ ਸਾਨੂੰ ਸੇਵਾਦਾਰਾਂ ਦੇ ਨਾਲ ਖੜਨਾ ਚਾਹੀਦਾ। ਸੇਵਾਦਾਰ ਜਦੋਂ ਸਾਡੇ ਧਰਮ ਮੁਤਾਬਕ ਐਕਟ ਕਰਦੇ ਆ, ਉਹਨਾਂ ਦੇ ਨਾਲ ਖੜਨਾ ਚਾਹੀਦਾ। ਉਹਨਾਂ ਨੂੰ ਫੈਸਿਲਿਟੀਜ਼ ਵੀ ਹੋਣੀਆਂ ਚਾਹੀਦੀਆਂ, CCTV ਹੋਣੇ ਚਾਹੀਦੇ ਆ, ਹੋਰ ਬੜਾ ਕੁਝ ਹੋਣਾ ਚਾਹੀਦਾ, ਤਾਂ ਕਿ ਜਿਹੜੇ ਹੈਗੇ ਆ ਸਾਡੇ ਗੁਰੂ ਘਰ ਸੁਰੱਖਿਅਤ ਹੋ ਸਕਣ। ਦੂਜਾ ਇਹ ਆ ਕਿ ਜਿਹੜੀ ਕਾਨੂੰਨ 'ਚ ਜਿਵੇਂ ਅਸੀਂ 295 ਦੀ ਏ ਦੀ ਗੱਲ ਕਰਦੇ ਹੈਗੇ ਆ, ਉਹਦੇ 'ਚ ਬਹੁਤ ਜਿਹੜਾ ਪਹਿਲਾਂ ਤਾਂ ਉਹਨੂੰ ਚੰਗੀ ਤਰ੍ਹਾਂ ਪ੍ਰੋਪਰਲੀ ਫੋਲੋ ਨਹੀਂ ਕੀਤਾ ਜਾਂਦਾ, ਫਿਰ ਉਹਦੇ 'ਚ ਸਜ਼ਾਵਾਂ ਨਹੀਂ ਹੁੰਦੀਆਂ, ਜਾਂ ਬਹੁਤ ਇੱਕ ਇੰਨਾ ਨਰਮ ਜਿਹਾ ਉਹਦੇ 'ਚ ਸਜ਼ਾਵਾਂ ਦਾ ਪ੍ਰਾਵਧਾਨ ਕਾਨੂੰਨ। ਤੇ ਜਿਵੇਂ ਅਸੀਂ ਦੇਖਦੇ ਹਾਂ ਵੀ ਇਹਦੇ 'ਚ 295 ਦੀ ਜਿਹੜੀ ਧਾਰਾ ਹੈਗੀ ਆ, ਉਹਦੇ 'ਚ ਸੋਧ ਹੋਣੀ ਚਾਹੀਦੀ ਆ। ਸਾਡੇ ਗਵਾਂਢੀ ਮੁਲਕ ਪਾਕਿਸਤਾਨ ਨੇ 295 'ਚ ਸੀ ਜਿਹੜੀ ਹੈਗੀ ਆ ਕਲੌਜ਼ ਲਿਆ ਕੇ ਉਹਦੇ 'ਚ ਸੋਧ ਕੀਤੀ ਆ, ਤੇ ਉਹਦੀ ਜਿਹੜੀਆਂ ਸਜ਼ਾਵਾਂ ਵੀ ਵੱਧ ਕੀਤੀਆਂ, ਉਹਨੂੰ ਸਖਤ ਕੀਤਾ। ਐਂ ਸਾਡੇ ਵੀ ਦੇਸ਼ 'ਚ ਐਂ ਹੋਣਾ ਚਾਹੀਦਾ ਕਿ 295 'ਚ ਸੋਧ ਹੋਵੇ। ਜਿਹੜਾ ਬਿਆਨ ਸਾਬਕਾ SGPC ਦੇ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਉਹਨਾਂ ਨੇ ਦਿੱਤਾ, ਉਹ ਕਹਿੰਦੇ ਕਿ 295 ਧਾਰਾ ਬਹੁਤ ਮਜ਼ਬੂਤ ਹੈ, ਇਹਦੇ ਵਿੱਚ ਕੋਈ ਇਹ ਨਹੀਂ ਕਿ ਢਿੱਲੀ ਆ ਜਾਂ ਕੁਛ, ਪਰ ਜਦੋਂ ਕਾਰਵਾਈ ਨਹੀਂ ਸਹੀ ਕੀਤੀ ਜਾਂਦੀ ਪ੍ਰਸ਼ਾਸਨ ਦੇ ਵੱਲੋਂ, ਉਹਨਾਂ ਦੇ ਉੱਤੇ ਬਣਦੇ ਜਿਹੜੇ ਆ ਜੋ ਵੀ ਪਿੱਛੇ ਦੀ ਮਨਸ਼ਾ ਹੁੰਦੀ ਹੈ, ਜਦੋਂ ਉਹ ਨਹੀਂ ਕਲੀਅਰ ਕੀਤੀ ਜਾਂਦੀ ਹੈ, ਮੁਕੱਦਮਾ ਢਿੱਲਾ ਬਣਾ ਦਿੱਤਾ ਜਾਂਦਾ, ਤਾਂ ਫਿਰ ਅਸਲ ਵਜ੍ਹਾ ਜਿਹੜੀ ਉਹ ਸਾਹਮਣੇ ਨਹੀਂ ਆ ਪਾਉਂਦੀ, ਔਰ ਨਾ ਹੀ ਦੋਸ਼ੀ ਨੂੰ ਅਸਲ ਅੰਜਾਮ ਤੱਕ ਪਹੁੰਚਾਇਆ ਜਾਂਦਾ। ਕੀ ਤੁਹਾਨੂੰ ਲੱਗਦਾ ਨਹੀਂ ਕਿ ਸਾਰਾ ਕੁਝ ਉਹਦੇ ਵਿੱਚ ਠੀਕ ਹੈ, ਜਾਂ ਤੁਹਾਨੂੰ ਕੀ ਲੱਗਦਾ ਕਿ ਉਹਦੇ 'ਚ ਖਾਮੀਆਂ ਕਿਹੜੀਆਂ ਇਸ ਤਰ੍ਹਾਂ ਦੀਆਂ ਜੋ ਉਹਨਾਂ 'ਚ ਸੋਧ ਹੋਣੀ ਚਾਹੀਦੀ ਹੈ? ਦੇਖੋ, ਮੈਂ ਕਾਨੂੰਨ ਦੇ ਵਿਸ਼ੇ ਦਾ ਉਹਦੀਆਂ ਬਰੀਕੀਆਂ ਦਾ ਸਟੂਡੈਂਟ ਨਹੀਂ ਗਾ, ਮੈਂ ਹਿਸਟਰੀ ਤੇ ਫਿਲਾਸਫੀ ਦਾ ਸਟੂਡੈਂਟ ਹਾਂ। ਤੇ ਜਿਹੜੇ SGPC ਦੇ ਪ੍ਰਧਾਨ ਸਾਹਿਬ ਆ, ਉਹ ਲਾਅ ਗ੍ਰੈਜੂਏਟ ਆ, ਉਹਨਾਂ ਨੂੰ ਜ਼ਿਆਦਾ ਪਤਾ ਹੋਊਗਾ, ਪਰ ਫਿਰ ਵੀ ਅਸੀਂ ਸਾਰੇ ਇਹਨਾਂ ਚੀਜ਼ਾਂ ਨੂੰ ਡੀਪਲੀ ਦੇਖਦੇ ਹਾਂ। ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਕਿ ਲਾਅ ਨੂੰ ਪੂਰੀ ਤਰ੍ਹਾਂ ਇੰਪਲੀਮੈਂਟ ਨਹੀਂ ਕੀਤਾ ਜਾਂਦਾ, ਉਹਨਾਂ ਧਾਰਾਵਾਂ ਨੂੰ ਚੰਗੀ ਤਰ੍ਹਾਂ ਯੂਜ਼ ਨਹੀਂ ਕੀਤਾ ਜਾਂਦਾ ਗਾ, ਜਾਂ ਜਿਹੜਾ ਹੈਗਾ ਮਤਲਬ ਪ੍ਰਸ਼ਾਸਨ ਹੈਗਾ ਉਹ ਆਪਦੀ
ਜਿਹੜਾ ਹੈਗਾ ਮੁਸਤੈਦਗੀ ਨਾਲ ਕੰਮ ਨਹੀਂ ਕਰਦਾ ਗਾ, ਉਹ ਜਿਹੜਾ ਆਪਰੇਟਰ ਆ ਜਾਂ ਸਿਸਟਮ ਆ ਉਹ ਪੂਰੀ ਤਰ੍ਹਾਂ ਵਰਕ ਨਹੀਂ ਕਰਦਾ। ਪਰ ਫਿਰ ਵੀ ਇਹ ਦੇਖਣ 'ਚ ਆਇਆ ਹੈਗਾ ਕਿ ਇਸ ਕਾਨੂੰਨ 'ਚ ਬਦਲਾਅ ਦੀ ਲੋੜ ਆ। ਜਿਵੇਂ ਸਾਡੇ ਗੁਆਂਢੀ ਮੁਲਕ ਨੇ, ਕਿਉਂਕਿ ਕੌਂਸਟੀਟਿਊਸ਼ਨ ਸੇਮ ਥਾਂ ਤੋਂ ਹੀ ਜਿਹੜਾ ਹੈਗਾ ਬਣਿਆ ਹੈ, ਇੰਡੀਆ ਦਾ ਵੀ ਪਾਕਿਸਤਾਨ ਦਾ ਵੀ, ਮਤਲਬ ਇੱਕੋ ਚੀਜ਼ਾਂ ਨੂੰ ਫਾਲੋ ਕਰਦਾ। ਉਹਨਾਂ ਨੇ ਇਸ ਚੀਜ਼ 'ਚ ਕਮੀ ਸਮਝੀ ਤੇ ਇਹਨੂੰ ਅਮੈਂਡ ਕਰਤਾ। ਤੇ ਸਾਡੇ ਵੀ ਵਾਰੀ-ਵਾਰੀ ਇਹ ਗੱਲ ਉੱਠਦੀ ਹੈਗੀ ਆ ਕਿ ਕਾਨੂੰਨ ਸਖਤ ਹੋਣਾ ਚਾਹੀਦਾ, ਇਹਨੂੰ ਅਮੈਂਡ ਕਰਨਾ ਚਾਹੀਦਾ। ਠੀਕ ਹੈ ਭਾਈ ਮਨਜੀਤ ਸਿੰਘ ਜੀ, ਜਿਸ ਤਰ੍ਹਾਂ ਪੁਲਿਸ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਕਿ ਮਹਿਲਾ ਜੀਰਕਪੁਰ ਤੋਂ ਬੱਸ ਦੇ ਵਿੱਚ ਬੈਠਦੀ ਹੈ, ਬੱਸ ਤੋਂ ਬੈਠ ਕੇ ਇੱਥੋਂ ਤੱਕ ਪਹੁੰਚ ਜਾਂਦੀ ਹੈ ਔਰ ਉਸ ਤੋਂ ਬਾਅਦ ਫਿਰ ਇਹ ਗੁਰਦੁਆਰਾ ਸਾਹਿਬ, ਕਿਉਂਕਿ ਜੋ CCTV ਸਾਹਮਣੇ ਆਈ ਹੈ ਹੁਣ ਤੱਕ ਜਾਂਚ ਦੇ ਵਿੱਚ ਜੋ ਪਤਾ ਲੱਗਿਆ ਕਿ ਇਹ ਇਕੱਲੀ ਹੀ ਆਈ ਸੀ, ਤਾਂ ਅਜਿਹੇ ਦੇ ਵਿੱਚ ਵੀ ਇਹ ਸੋਚਿਆ ਜਾ ਸਕਦਾ ਕਿ ਇਹਦੇ ਪਿੱਛੇ ਕੋਈ ਨਾ ਕੋਈ ਥਾਟ ਜਿਹੜੇ ਉਹ ਹੋਰ ਹੋ ਸਕਦੇ ਨੇ ਔਰ ਕਿਸੇ ਨੇ ਇਹਦੇ ਵੱਲੋਂ ਇਸ ਨੂੰ ਵਰਗਲਾਇਆ ਜਾਂ ਕਿਸੇ ਨੇ ਇਸ ਦੇ ਵਿੱਚ ਉਹ ਸੋਚ ਭਰੀ ਕਿ ਉੱਥੇ ਜਾ ਕੇ ਸਭ ਕੁਝ ਕਰਨਾ ਹੈ ਔਰ ਉਸ ਤੋਂ ਬਾਅਦ ਇਹ ਸਾਰੀ ਘਟਨਾ ਵਾਪਰ ਗਈ। ਲੱਗਦਾ ਕਿ ਕੋਈ ਮਨਸ਼ਾ ਇਵੇਂ ਦੀ ਹੋਏਗੀ ਔਰ ਪਰਿਵਾਰ ਜਿੱਥੇ ਪਹਿਲਾਂ ਦਾ ਐਡਰੈਸ ਜੋ ਦਿੱਤਾ ਗਿਆ ਤਾਂ ਇਹ ਵੀ ਜਾਣਕਾਰੀ ਮਿਲੀ ਹੈ ਕਿ ਪਰਿਵਾਰ ਵੀ ਹੁਣ ਉਸ ਥਾਂ ਦੇ ਉੱਤੇ ਰਹਿੰਦਾ ਨਹੀਂ ਔਰ ਇਹਦੇ ਬਾਰੇ ਕੋਈ ਜਾਣਕਾਰੀ ਬਹੁਤੀ ਮਿਲ ਨਹੀਂ ਸਕੀ ਕਿ ਮਹਿਲਾ ਕੌਣ ਸੀ, ਇਹ ਪਿੱਛੋਂ ਕਿੱਥੇ ਦੀ ਰਹਿਣ ਵਾਲੀ ਹੈ, ਪਰਿਵਾਰ ਇਸ ਦਾ ਕੀ ਕਰਦਾ ਗਾ, ਇਸ ਬਾਰੇ ਜ਼ਿਆਦਾ ਕੋਈ ਡਿਟੇਲ ਨਹੀਂ ਮਿਲੀ ਹੁਣ ਤੱਕ। ਦੇਖੋ ਜੀ, ਇਹਦੇ ਬਾਰੇ ਤਾਂ ਜਿਹੜੀ ਆ ਜਾਂਚ ਦਾ ਇੱਕ ਵਿਸ਼ਾ ਹੈ, ਇਹ ਤਾਂ ਜਾਂਚ ਕਰਕੇ ਡਿਟੇਲ ਦੇ ਵਿੱਚ ਇਹ ਤਾਂ ਪੁਲਿਸ ਪ੍ਰਸ਼ਾਸਨ ਹੀ ਦੱਸ ਸਕਦਾ ਹੈ ਇਹਦਾ ਪਿਛੋਕੜ ਕੀ ਸੀ, ਇਹ ਕਿੱਥੇ ਰਹਿੰਦੀ ਸੀ, ਇਕੱਲੀ ਰਹਿੰਦੀ ਸੀ, ਬੱਚਿਆਂ ਦੇ ਨਾਲ ਰਹਿੰਦੀ ਸੀ, ਵਿਆਹੀ ਆ ਨਹੀਂ ਵਿਆਹੀ, ਔਰ ਇਹਦਾ ਪੇਕੇ ਪਿੰਡ ਕਿਹੜਾ, ਇਹਦਾ ਸਹੁਰੇ ਪਿੰਡ ਕਿਹੜਾ। ਇਹ ਤਾਂ ਸਾਰਾ ਇੱਕ ਜਾਂਚ ਦਾ ਵਿਸ਼ਾ ਹੈਗਾ ਹੈ। ਇਹ ਤਾਂ ਜਾਂਚ ਕਰਨ ਵਾਲੀ ਜਿਹੜੀ ਏਜੰਸੀ ਆ, ਜਿਹੜੀ ਸਾਡੇ ਉੱਥੋਂ ਦੀ ਐਡਮਿਨਿਸਟ੍ਰੇਸ਼ਨ ਆ, ਉਹੀ ਇਹਦੇ ਬਾਰੇ ਡਿਟੇਲ ਨਾਲ ਦੱਸ ਸਕਦੇ ਆ ਵੀ ਇਹ ਕਿੱਥੋਂ ਦੀ ਰਹਿਣ ਵਾਲੇ ਸੀ, ਇਹਦਾ ਪਿੱਛੋਂ ਪਿਛੋਕੜ ਕੀ ਸੀ, ਜਾਂ ਐਡਿਕਟਡ ਸੀ, ਜਾਂ ਇਹ ਇਕੱਲੀ ਰਹਿੰਦੀ ਸੀ, ਜਾਂ ਕਿਸ ਤਰ੍ਹਾਂ ਵੀ ਸੀ। ਇਹਦੇ ਬਾਰੇ ਮੇਰੇ ਖਿਆਲ ਇਹਦਾ ਜਾਂਚ ਦਾ ਵਿਸ਼ਾ, ਮੈਂ ਤਾਂ ਇਹਦੇ ਬਾਰੇ ਕੁਝ ਨਹੀਂ ਕਹਿ ਸਕਦਾ ਜੀ। ਪਰ ਇਹਦੇ ਪਿੱਛੇ ਸਾਜ਼ਿਸ਼ ਕੀ ਆ, ਇਹ ਜਾਂਚ ਕੀਤੀ ਤੋਂ ਹੀ ਸਾਰਾ ਜਿਹੜਾ ਹੈ ਪਤਾ ਲੱਗੂਗਾ। ਅੱਛਾ, ਹੁਣ ਤੁਹਾਨੂੰ ਕੀ ਲੱਗਦਾ ਕਿ ਠੀਕ ਹੈ ਉੱਥੇ ਸੇਵਾਦਾਰਾਂ ਨੂੰ ਪਤਾ ਵੀ ਲੱਗ ਗਿਆ, ਸੇਵਾਦਾਰਾਂ ਨੇ ਇਸ ਨੂੰ ਫੜਨ ਦੀ ਕੋਸ਼ਿਸ਼ ਵੀ ਕੀਤੀ ਔਰ ਇਹ ਵੀ ਜੋ ਜਾਣਕਾਰੀ ਮਿਲੀ ਕਿ ਮੌਕੇ ਦੇ ਉੱਤੇ ਇਸ ਮਹਿਲਾ ਦੇ ਵੱਲੋਂ ਆਪਣੇ ਕੱਪੜੇ ਧਾਰਨ ਦੀ ਕੋਸ਼ਿਸ਼ ਵੀ ਕੀਤੀ ਗਈ ਹੈ। ਮੌਕੇ ਦੇ ਉੱਤੇ ਉਹਨਾਂ ਨੇ ਤਾਂ ਆਪਣੀ ਕਾਰਵਾਈ ਜਿਹੜੀ ਕਰ ਦਿੱਤੀ ਸੀ, ਪਰ ਅੱਗੇ ਤੋਂ ਇਹ ਚੀਜ਼ਾਂ ਨਾ ਹੋਣ, ਆਪਣੇ ਪੱਧਰ ਦੇ ਉੱਤੇ ਜੋ ਗੁਰਦੁਆਰਾ ਸਾਹਿਬਾਨ ਦੀਆਂ ਕਮੇਟੀਆਂ ਨੇ ਉਹ ਕੀ ਕਦਮ ਚੁੱਕ ਸਕਦੀਆਂ ਨੇ? ਕੀ ਹੁਣ ਗੁਰਦੁਆਰਾ ਸਾਹਿਬ ਦੀ ਐਂਟਰੀ ਦੇ ਉੱਤੇ ਵੀ ਇਸ ਤਰ੍ਹਾਂ ਪਹਿਰੇ ਬਿਠਾਉਣੇ ਪੈਣਗੇ, ਉੱਥੇ ਵੀ ਨਿਗਰਾਨੀ ਇੰਨੀ ਰੱਖਣੀ ਪਏਗੀ ਜਾਂ ਚੈਕਿੰਗ ਕਰਨੀ ਪਏਗੀ ਕਿ ਘੱਟੋ ਘੱਟ ਇਸ ਤਰ੍ਹਾਂ ਜਾ ਕੇ ਕੋਈ ਅੰਦਰ ਇਹ ਬੇਅਦਬੀ ਅਜਿਹੀ ਨਾ ਕਰ ਸਕੇ? ਕਿਉਂਕਿ ਆਪਾਂ ਜਦੋਂ ਇਸ ਤਰ੍ਹਾਂ ਹੁੰਦਾ ਨਾ ਕਿ ਕਿਸੇ ਤੋਂ ਪੁੱਛ ਪੜਤਾਲ ਕਰਦੇ ਹਾਂ ਜਾਂ ਕਿਸੇ ਦੀ ਤਲਾਸ਼ੀ ਦੀ ਜਦੋਂ ਲਈ ਜਾਂਦੀ ਹੈ ਕਿਤੇ ਵੀ ਕਿਸੇ ਵੀ ਜਗ੍ਹਾ ਦੇ ਉੱਤੇ ਹੋਏ, ਫਿਰ ਸਵਾਲ ਖੜੇ ਹੁੰਦੇ ਆ। ਖਾਸ ਤੌਰ ਤੇ ਜੇ ਗੁਰਦੁਆਰਾ ਸਾਹਿਬ ਦੇ ਵਿੱਚ ਇਹ ਚੀਜ਼ਾਂ ਹੋਣਗੀਆਂ ਤਾਂ ਫਿਰ ਲੋਕ ਇਹ ਵੀ ਆਖਣਗੇ ਕਿ ਹੁਣ ਸਾਡੀ ਤਲਾਸ਼ੀ ਇੱਥੇ ਵੀ ਲਈ ਜਾਣ ਲੱਗ ਪਈ। ਕੀ ਤੁਹਾਨੂੰ ਲੱਗਦਾ ਕਿ ਉਹ ਜਾਇਜ਼ ਸਭ ਹੋਣਾ ਚਾਹੀਦਾ ਹੈ ਜਾਂ ਇਸ ਤਰ੍ਹਾਂ ਨਹੀਂ ਕੀਤਾ ਜਾ ਸਕਦਾ? ਮੈਂ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਅੱਜ ਮੈਂ ਸਵੇਰੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਗਿਆ ਸੀ ਤੇ ਸਾਡੇ ਸੇਵਾਦਾਰ ਵਿਚਾਰੇ 5-6 ਸੇਵਾਦਾਰ ਜਿਹੜੇ ਬਾਹਰੋਂ ਆਈ ਸੰਗਤ ਨੂੰ ਸਮਝਾਉਂਦੇ ਸੀ ਔਰ ਕਿਸੇ ਕੋਲੋਂ ਬੀੜੀਆਂ ਮਿਲ ਜਾਂਦੀਆਂ, ਕਿਸੇ ਕੋਲੇ ਉਹ ਪੁੜੀਆਂ ਜੀਆਂ ਬੱਤੀਆਂ ਦੀਆਂ ਮਿਲ ਜਾਂਦੀਆਂ ਨੇ ਤੇ ਪਿਛਲੇ ਦਾ ਢੇਰ ਲੱਗ ਜਾਂਦਾ ਹੈ। ਪਿੱਛੇ ਜਿੱਥੇ ਦੂਰ ਉਹਨਾਂ ਰੱਖਿਆ ਹੁੰਦਾ ਹੈ ਉਹ ਇੱਕ ਡਰਮ ਜਿਹਾ ਉਹ ਭਰ ਜਾਂਦਾ ਤੇ ਜੇ ਉਹਦੀ ਤਲਾਸ਼ੀ ਕਰਦੇ ਆ ਤੇ ਤਾਂ ਲੋਕ ਤੰਗ ਹੁੰਦੇ ਆ। ਔਰ ਜੇ ਆਪਣੇ ਨਹੀਂ ਚੱਜ ਨਾਲ ਤਲਾਸ਼ੀ ਕਰਦੇ ਫਿਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 'ਚ ਬੀੜੀਆਂ ਇਹੋ ਜਿਹੀਆਂ ਚੀਜ਼ਾਂ ਜਾਂਦੀਆਂ ਨੇ। ਸੋ ਕਈ ਲੋਕ ਜਿਹੜੇ ਸਾਡੇ ਸੇਵਾਦਾਰਾਂ ਨਾਲ ਵੀ ਜਿਹੜੇ ਉੱਥੇ ਸਹੀ ਡਿਊਟੀ ਨਿਭਾਉਂਦੇ ਉਹਨਾਂ ਨਾਲ ਵੀ ਲੜਨ ਦੀ ਕੋਸ਼ਿਸ਼ ਕਰਦੇ ਆ। ਸੋ ਹੋਰ ਸਕੈਨਰ ਲਾਉਣ ਦਾ ਪ੍ਰੋਗਰਾਮ ਜਿਹੜਾ ਹੈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਣਾਇਆ, ਕੋਈ ਜਿਹੜਾ ਸਮਾਨ ਉਹ ਸਕੈਨਰਾਂ ਦੇ ਵਿੱਚ ਜਿਹੜਾ ਹੈ ਉਹ ਨਿਗਾਹ ਕੇ ਭੇਜਿਆ ਜਾਵੇ। ਮੈਂ ਤਾਂ ਸਰਕਾਰ ਨੂੰ ਵੀ ਕਹਿਣਾ ਚਾਹੁੰਦਾ ਸਗੋਂ ਉਹ ਲਾਉਣ ਇੱਥੇ, ਉਹਨਾਂ ਦੀ ਡਿਊਟੀ ਬਣਦੀ ਆ ਕਿ ਸੱਚਖੰਡ ਹਰਿਮੰਦਰ ਸਾਹਿਬ ਇਕੱਲਾ ਸ਼੍ਰੋਮਣੀ ਕਮੇਟੀ ਦਾ ਤਾਂ ਨਹੀਂਗਾ, ਉਹ ਸਰਕਾਰ ਦਾ ਵੀ ਉਨਾ ਹੀ ਆ, ਸਾਰੇ ਸਿੱਖਾਂ ਦਾ ਵੀ ਆ, ਉਹ ਸਾਰੇ ਧਰਮਾਂ ਦਾ ਸਾਂਝਾ ਵੀ ਆ। ਸੋ ਇਹਦੇ ਵਾਸਤੇ ਹੁਣ ਜੇ ਉਹਦੇ ਸਕੈਨਰ ਦੇ ਬਾਵਜੂਦ ਕੋਈ ਬੰਦਾ ਅੰਦਰ ਚਲੇ ਜਾਂਦਾ, ਉਹਦੇ ਅੰਦਰ ਕੀ ਜ਼ਹਿਰ ਭਰੀ, ਉਹਦੇ ਦਿਮਾਗ 'ਚ ਕੀ ਚੁੱਕੀ ਫਿਰਦਾ ਹੈ, ਇਹ ਤਾਂ ਕਿਸੇ ਨੂੰ ਹੁਣ ਨਹੀਂ ਪਤਾ ਲੱਗ ਸਕਦਾ ਮੇਰੇ ਖਿਆਲ ਦੇ ਵਿੱਚ। ਕਿਉਂਕਿ ਆਪਾਂ ਕਿਸੇ ਦਾ ਅੰਦਰ ਤਾਂ ਨਹੀਂ ਨਾ ਪੜ੍ਹ ਸਕਦੇ, ਸਮਾਨ ਤਾਂ ਚੈੱਕ ਕਰ ਲਾਂਗੇ ਤੇ ਜੇ ਕੋਈ ਆਪਣੇ ਅੰਦਰ ਕੋਈ ਜ਼ਹਿਰ ਭਰੀ ਫਿਰਦਾ, ਕੋਈ ਆਪਣੇ ਅੰਦਰ ਕੋਈ ਚੀਜ਼ ਲਈ ਫਿਰਦਾ ਹੈ, ਉਹਨੂੰ ਜਾ ਕੇ ਉੱਥੇ ਨਿਜ਼ਾਮ ਦੇ ਦਿੰਦਾ ਹੈ ਤੇ ਉਹਦੇ ਬਾਰੇ ਆਪਾਂ ਕੀ ਉਹਦੀ ਜਾਂਚ ਪੜਤਾਲ ਕਰ ਸਕਦੇ ਹਾਂ। ਤੇ ਨਾਲੇ ਗੁਰਦੁਆਰਾ ਸਾਹਿਬਾਨ ਤੇ ਕਿਹੋ ਜੀ ਜਗ੍ਹਾ ਹੈ ਜਿੱਥੇ ਸਾਰੇ ਲੋਕ, ਸਾਰੇ ਧਰਮਾਂ ਦੇ ਲੋਕ ਜਿਹੜੇ ਆ ਚਲੇ ਜਾਂਦੇ ਆ
ਕਿਸੇ ਨੂੰ ਕੋਈ ਪਾਬੰਦੀ ਨਹੀਂ ਗਈ ਔਰ 24 ਘੰਟੇ ਗੁਰਦੁਆਰਾ ਸਾਹਿਬਾਨ ਜਿਹੜੇ ਆ ਉਹ ਸੰਗਤ ਲਈ ਖੁੱਲ੍ਹੇ ਰਹਿੰਦੇ ਆ, ਇਸ਼ਨਾਨ ਲਈ ਖੁੱਲ੍ਹੇ ਰਹਿੰਦੇ ਆ, ਲੰਗਰ 24 ਘੰਟੇ ਮਿਲਦਾ, ਸਰਾਵਾਂ ਹੈ। ਔਰ ਕਿੱਥੇ ਕਿੱਥੇ ਫਿਰ ਬੰਦਾ ਇਹ ਧਿਆਨ ਰੱਖ ਸਕਦਾ ਹੈ। ਇਹ ਸਿੱਖ ਸੰਗਤ ਹੀ ਆ ਜਿਹੜੀ ਇਹ ਧਿਆਨ ਰੱਖ ਸਕਦੀ ਆ ਇਸ ਸਾਰੇ ਕੁਝ ਦਾ। ਜੇ ਇਕੱਲਾ ਕਵੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰੂਗੀ ਤੇ ਸ਼੍ਰੋਮਣੀ ਕਮੇਟੀ ਵੀ ਇਹ ਸਾਰਾ ਪ੍ਰਬੰਧ ਜਿਹੜਾ ਹੈ ਇਹ ਸੰਗਤ ਦੇ ਸਹਿਯੋਗ ਨਾਲ ਹੀ ਸਾਰਾ ਚੱਲਣਾ ਹੁੰਦਾ ਹੈ ਔਰ ਸਾਰੇ ਜਥੇਬੰਦੀਆਂ ਦੇ ਸਹਿਯੋਗ ਨਾਲ ਹੀ ਚੱਲਣਾ ਹੁੰਦਾ ਹੈ। ਪਰ ਸਿੱਖ ਆਉਣ ਵਾਲੇ ਬੰਦਿਆਂ ਨੂੰ ਵੀ ਆਪਣੀ ਡਿਊਟੀ ਸਮਝਣੀ ਪਊਗੀ ਨਾ ਵੀ ਮੈਂ ਇੱਕ ਧਾਰਮਿਕ ਜਗ੍ਹਾ ਤੇ ਚੱਲਿਆ ਤੇ ਮੈਨੂੰ ਉੱਥੋਂ ਦੀ ਮਰਿਆਦਾ ਫਾਲੋ ਕਰਨੀ ਚਾਹੀਦੀ ਹੈ। ਕੋਈ ਮੰਦਿਰ 'ਚ ਜਾਂਦਾ ਹੈ, ਕੋਈ ਮਸਜਿਦ ਜਾਂਦਾ, ਜਾਂ ਜਿੱਥੇ ਵੀ ਉੱਥੋਂ ਦੀ ਮਰਿਆਦਾ ਤਾਂ ਉਹਨਾਂ ਨੂੰ ਉਹ ਕਰਨੀ ਪੈਂਦੀ ਆ ਨਾ। ਜੇ ਕੋਈ ਗੁਰਦੁਆਰੇ ਜਾਂਦਾ ਤਾਂ ਉਹਨੂੰ ਫਾਲੋ ਕਰਨੀ ਪੈਂਦੀ ਆ ਔਰ ਇੱਥੇ ਵੀ ਇਹ ਕਰਨੀ ਚਾਹੀਦੀ ਆ। ਔਰ ਇਹ ਸਾਰਾ ਪ੍ਰਬੰਧ ਜਿਹੜਾ ਹੈ ਇਹ ਸੰਗਤ ਦੇ ਸਹਿਯੋਗ ਨਾਲ ਹੀ ਹੋ ਸਕਦਾ ਹੈ। ਠੀਕ ਹੈ ਭਾਈ ਮਨਜੀਤ ਸਿੰਘ ਜੀ, ਤੁਸੀਂ ਸਾਡੇ ਨਾਲ ਜੁੜੇ, ਇਸ ਵਿਸ਼ੇ ਦੇ ਉੱਤੇ ਗੱਲਬਾਤ ਕੀਤੀ। ਭਾਈ ਸਿਮਰਜੀਤ ਸਿੰਘ ਤੁਸੀਂ ਵੀ ਜੁੜੇ, ਬਹੁਤ ਬਹੁਤ ਧੰਨਵਾਦ ਤੁਹਾਡਾ ਜੁੜਨ ਦੇ ਲਈ ਜੀ। ਤਾਂ ਇਹ ਜੋ ਅੱਜ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਵਿੱਚ ਸਭ ਕੁਝ ਵਾਪਰਿਆ ਉਸ ਵਿਸ਼ੇ ਦੇ ਉੱਤੇ ਗੱਲਬਾਤ ਕਰ ਰਹੇ ਸੀ। ਗੱਲ ਠੀਕ ਹੈ ਇਹਨਾਂ ਦੀ ਕਿ ਕਿਸੇ ਦੇ ਦਿਮਾਗ ਦੇ ਵਿੱਚ ਕੀ ਭਰਿਆ ਹੋਇਆ ਉਸ ਬਾਰੇ ਤਾਂ ਨਹੀਂ ਪਤਾ ਲਵਾਇਆ ਜਾ ਸਕਦਾ, ਪਰ ਇੰਨਾ ਕੁ ਜ਼ਰੂਰ ਹੈ ਕਿ ਜੇ ਬਾਹਰ ਸਕੈਨਰ ਲੱਗੇ ਹੋਣ, ਬਾਹਰ ਥੋੜ੍ਹੀ ਸਖਤਾਈ ਕੀਤੀ ਜਾਏ ਤਾਂ ਜੋ ਪਾਬੰਦੀਸ਼ੁਦਾ ਚੀਜ਼ਾਂ ਨੇ ਜੋ ਅੰਦਰ ਨਹੀਂ ਜਾਣੀਆਂ ਚਾਹੀਦੀਆਂ। ਹਾਲਾਂਕਿ ਜਿਹੜੀ ਸੰਗਤ ਉੱਥੇ ਜਾਂਦੀ ਹੈ ਉਹ ਤਾਂ ਆਪਣੇ ਆਪ ਹੀ ਸਭ ਨੂੰ ਪਤਾ ਹੁੰਦਾ ਕਿ ਅਸੀਂ ਉੱਥੇ ਕੀ ਲੈ ਕੇ ਜਾ ਸਕਦੇ ਹਾਂ, ਕੀ ਨਹੀਂ, ਕਿਸ ਢੰਗ ਨਾਲ ਉੱਥੇ ਅਸੀਂ ਜਾਣਾ ਹੈ, ਕਿਸ ਢੰਗ ਨਾਲ ਗੁਰੂ ਦੇ ਅੱਗੇ ਅਸੀਂ ਸੀਸ ਝੁਕਾਉਣਾ ਹੈ ਜਾਂ ਉੱਥੋਂ ਦੀ ਮਰਿਆਦਾ ਕੀ ਹੈ। ਪਰ ਜੇ ਉਸ ਦੇ ਬਾਵਜੂਦ ਵੀ ਕੋਈ ਇਸ ਤਰ੍ਹਾਂ ਦੀ ਚੀਜ਼ ਲੈ ਕੇ ਜਾ ਰਿਹਾ ਤਾਂ ਫਿਰ ਉੱਥੇ ਸਭ ਨੂੰ ਅੱਖ ਜਿਹੜੀ ਆਵਾਜ਼ ਵਾਲੀ ਰੱਖਣੀ ਚਾਹੀਦੀ ਹੈ ਤਾਂ ਜੋ ਅਜਿਹਾ ਕੋਈ ਵਿਅਕਤੀ ਜੇ ਦਾਖਲ ਹੋ ਵੀ ਗਿਆ ਤਾਂ ਉਹਦੀ ਘੱਟੋ ਘੱਟ ਜਿਹੜੀ ਆ ਉਹ ਜਾਣਕਾਰੀ ਸੇਵਾਦਾਰਾਂ ਤੱਕ ਪਹੁੰਚਾਈ ਜਾ ਸਕੇ ਔਰ ਕੋਈ ਗਲਤ ਵਾਪਰਨ ਤੋਂ ਰੋਕਿਆ ਜਾ ਸਕੇ। ਨਿਰਮਲਜੀਤ ਸਿੰਘ ਜਿਸ ਦੇ ਵੱਲੋਂ ਇਸ ਮਹਿਲਾ ਪਰਵਿੰਦਰ ਕੌਰ ਜਿਸ ਨੇ ਉੱਥੇ ਸ਼ਰਾਬ ਪੀਤੀ ਤੇ ਸ਼ਰਾਬ ਤੋਂ ਬਾਅਦ ਬਹਿਸਬਾਜ਼ੀ ਕੀਤੀ, ਉਸ ਨੂੰ ਗੋਲੀਆਂ ਮਾਰੀਆਂ, ਉਸ ਦੇ ਪਰਿਵਾਰਕ ਮੈਂਬਰਾਂ ਦੇ ਨਾਲ, ਉਸ ਦੇ ਮਾਮਾ ਜੀ ਨਾਲ ਗੱਲਬਾਤ ਕੀਤੀ ਗਈ ਸਾਡੇ ਸਹਿਯੋਗੀ ਦੇ ਵੱਲੋਂ। ਆਓ ਸੁਣਦੇ ਹਾਂ ਉਹ ਕੀ ਕਹਿੰਦੇ ਆ। ਦਿਨ ਗੁਰਦੁਆਰਾ ਸ਼੍ਰੀ ਦੁੱਖ ਨਿਵਾਰਨ ਸਾਹਿਬ ਵਿਖੇ ਬੇਅਦਬੀ ਦੀ ਘਟਨਾ ਹੁੰਦੀ ਹੈ ਤਾਂ ਉਸ ਵਿੱਚ ਇੱਕ ਵਿਅਕਤੀ ਵੱਲੋਂ ਜਿਹੜਾ ਗੋਲੀਆਂ ਮਾਰ ਕੇ ਉਸ ਬੇਅਦਬੀ ਕਰਨ ਵਾਲੀ ਔਰਤ ਦਾ ਜਿਹੜਾ ਉਹ ਕਤਲ ਕਰ ਦਿੱਤਾ ਗਿਆ ਜਾਂਦਾ ਹੈ ਤੇ ਸਾਡੇ ਨਾਲ ਉਹਨਾਂ ਦੇ ਪਰਿਵਾਰਕ ਮੈਂਬਰ ਮੌਜੂਦ ਨੇ। ਸਰ ਪਹਿਲਾਂ ਤੁਸੀਂ ਇਹ ਦੱਸ ਦਿਓ, ਤੁਸੀਂ ਰਿਸ਼ਤੇ ਦੇ ਵਿੱਚ ਕੀ ਲੱਗਦੇ ਹੋ ਤੇ ਤੁਹਾਡੇ ਵਿਅਕਤੀ ਦੀ ਕਿੰਨੀ ਉਮਰ ਸੀਗੀ? ਨਿਰਮਲਜੀਤ ਸਿੰਘ ਸਾਡਾ ਭਾਣਜਾ ਸੀਗਾ ਜੀ। ਉਹ ਬਹੁਤ ਚੜ੍ਹਦੀ ਕਲਾ, ਜਦੋਂ ਤੋਂ ਪੈਦਾ ਹੋਏ ਨੇ ਉਹ ਗੁਰੂ ਮਹਾਰਾਜ ਦੇ ਨਾਲ ਜੁੜੇ ਹੋਏ ਨੇ। ਉਹ ਜਦੋਂ ਵੀ ਕਿਤੇ ਬਾਹਰ ਜਾਂਦੇ ਜਾਂ ਕਿਤੇ ਆਊਟ ਆਫ ਸਟੇਸ਼ਨ ਜਾਂਦੇ ਨੇ, ਉਹਨਾਂ ਨੇ ਵਾਪਸੀ ਦੇ ਵਿੱਚ ਦੁੱਖ ਨਿਵਾਰਨ ਸਾਹਿਬ ਨਮਸਕਾਰ ਹੋਏ ਬਗੈਰ ਆਪਣੇ ਘਰ ਨਹੀਂ ਜਾਣਾ। ਕੱਲ ਰਾਤ ਜਦੋਂ ਉਹ ਇੱਥੇ ਆਏ ਤਾਂ ਇੱਕ ਬੀਬੀ ਨੇ ਨਸ਼ੇ ਦੇ ਵਿੱਚ ਇਹ ਜੋ ਵਾਰਦਾਤ ਕੀਤੀ ਆ, ਉਹਨੂੰ ਪ੍ਰਸ਼ਾਸਨ, ਗੁਰਦੁਆਰਾ ਪ੍ਰਸ਼ਾਸਨ ਲਈ ਫਿਰਦਾ ਸੀਗਾ। ਉਹ ਆਇਆ, ਉਹਨੇ ਦੇਖਿਆ, ਉਹ ਬਰਦਾਸ਼ਤ ਨਹੀਂ ਕਰ ਸਕਿਆ, ਉਹਨਾਂ ਨੇ ਆਪਣੇ ਲਾਇਸੈਂਸੀ ਰਿਵਾਲਵਰ ਦੇ ਨਾਲ ਉਹਦੇ ਬੀਬੀ ਦੇ ਗੋਲੀਆਂ ਮਾਰ ਕੇ ਉਹਨੂੰ ਸ਼ੂਟ ਕਰਤਾ। ਹੁਣ ਐਜੀਪੀਸੀ ਨਾਲ ਮੁਲਾਕਾਤ ਕਰਨ ਚੱਲੇ ਹੋ, ਕੋਈ ਰੱਖ ਰਹੇ ਹੋ ਕਿ ਐਜੀਪੀਸੀ ਕੇਸ ਲੜੇ ਜਾਂ ਕਿਵੇਂ? ਸਤਿਗੁਰ ਨੇ ਸਭ ਕੁਝ ਦਿਆ ਹੋਇਆ ਜੀ, ਸਭ ਕੁਝ ਦਿੱਤਾ ਹੋਇਆ। ਆਪ ਲੜਾਂਗੇ, ਉਹਦਾ ਕੇਸ ਲੜਾਂਗੇ, ਕੋਈ ਦਿੱਕਤ ਨਹੀਂ ਹੈ ਕਿਸੇ ਕਿਸਮ ਦੀ। ਉਹਨਾਂ ਦੀ ਮਰਜ਼ੀ ਹੋਊਗੀ, ਲੜ ਨਹੀਂ ਹੋਊਗੀ, ਅਸੀਂ ਬੈਠੇ ਆ, ਹਾਜ਼ਰ ਬੈਠੇ ਆ। ਕਰੋੜਾਪਤੀ ਆ, ਉਹਦੇ ਕਿਹੜਾ ਪੱਲੇ ਕੁਝ ਹੈ ਨਹੀਂ, ਸਭ ਕੁਝ ਹੈ ਉਹਦੇ ਪਰਿਵਾਰ 'ਚ। ਕੱਲਾ ਕੱਲਾ ਬੇਟਾ ਏ, ਸਾਰਾ ਕੁਝ ਸਤਿਗੁਰ ਨੇ ਦਿੱਤਾ ਹੋਇਆ ਉਹਨਾਂ ਨੂੰ। ਕੀ ਲੱਗਦਾ ਕੱਲੇ ਗੁਰਦੁਆਰਿਆਂ ਨੂੰ ਕਿਉਂ ਟਾਰਗੇਟ ਕੀਤਾ ਜਾ ਰਿਹਾ ਹੈ? ਦੇਖੋ ਗੱਲ ਪਤਾ ਕੀ ਆ ਜੀ, ਅਸਲ ਦੇ ਵਿੱਚ ਅਸੀਂ ਲੋਕ ਨਾ ਜੀ ਸਰਬੱਤ ਦਾ ਭਲਾ ਮੰਨਣ ਵਾਲੇ ਆ। ਸਰਬੱਤ ਦਾ ਭਲਾ ਮੰਨਣ ਵਾਲੇ ਨਾਲ ਅਸੀਂ ਕਦੇ ਕੋਈ ਹਿੰਦੂ ਨਹੀਂ ਦੇਖਿਆ, ਕੋਈ ਮੁਸਲਿਮ ਨਹੀਂ ਦੇਖਿਆ, ਕੋਈ ਈਸਾਈ ਨਹੀਂ ਦੇਖਿਆ। ਜਿੱਥੇ ਕੋਈ ਬਿਪਤਾ ਪੈਂਦੀ ਆ ਅਸੀਂ ਲੰਗਰ ਵੀ ਲਾਉਂਦੇ ਆ, ਅਸੀਂ ਉਹਨਾਂ ਦੀ ਮਦਦ ਵੀ ਕਰਦੇ ਆ। ਪਰ ਇਹ ਲੋਕ ਸਾਡੇ ਨਾਲ ਪਤਾ ਨਹੀਂ ਕਿਉਂ ਬੈਰ ਖੜਦੇ ਆ, ਇਹ ਸਮਝ ਤੋਂ ਬਾਹਰ ਆ। ਇਹ ਸਰਕਾਰਾਂ ਦੀਆਂ ਜੇ ਏਜੰਸੀਆਂ ਨੇ ਉਹ ਬਿਲਕੁਲ ਕਰਾਉਂਦੀਆਂ ਜੀ 100%। 2 ਦੇ ਤਹਿਤ ਮੁਕੱਦਮਾ ਜਿਹੜਾ ਦਰਜ ਕਰ ਦਿੱਤਾ ਗਿਆ, ਐਸਐਸਪੀ ਵੱਲੋਂ ਕਿਹਾ ਗਿਆ ਹੈ ਤੇ ਹੁਣ ਅਗਲੇ ਕੀ ਰਹੇਗਾ? ਕੀ ਵਕੀਲ ਤੁਹਾਡੇ ਵੱਲੋਂ ਹੀ ਕੀਤੇ ਜਾਣਗੇ ਜਾਂ ਫਿਰ ਐਜੀਪੀਸੀ? ਸਭ ਕੁਝ ਕਰਾਂਗੇ, ਵਕੀਲ ਕਰਨ ਦੀ ਆਪਣੇ 'ਚ ਹਿੰਮਤ ਹੈਗੀ ਆ। ਸਤਿਗੁਰੂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੜੀ ਦਇਆ ਹੈ, ਬੜੀ ਕਿਰਪਾ, ਵਧੀਆ ਰੋਟੀ ਖਾਂਦੇ ਆ, ਬੜੇ ਤਰੀਕੇ ਨਾਲ ਕੇਸ ਲੜਾਂਗੇ, ਕੋਈ ਗੱਲ ਨਹੀਂ। ਤਾਂ ਕਿਆ ਹੋ ਗਿਆ ਜੀ, ਬੇਟੇ ਨੇ ਕਰਿਆ ਇਹ ਤਾਂ ਉਹਨੂੰ ਭੁਗਤਾਂਗੇ। ਤਾਂ ਨਿਰਮਲਦੀਪ ਦੇ ਮਾਮਾ ਮੋਹਨ ਸਿੰਘ ਸਾਡੇ ਨਾਲ ਮੌਜੂਦ ਸੀ, ਜਿਨ੍ਹਾਂ ਨੇ ਕਿਹਾ ਹੈ ਕਿ ਉਹ ਖੁਦ ਜਿਹੜਾ ਉਹ ਕੇਸ ਆ ਉਹ ਲੜਨ ਦੇ ਵਿੱਚ ਸਮਰੱਥ ਹਨ ਤੇ ਉਹ ਖੁੱਲ ਕੇ ਜਿਹੜਾ ਉਹ ਕੇਸ ਲੜਨਗੇ ਅਤੇ ਆਪਣੇ ਭਾਣਜੇ ਦੀ ਖਾਤਰ ਉਹ ਡਟੇ ਖੜੇ ਨੇ। ਫਿਲਹਾਲ ਇਸ ਕੇਸ ਦੇ ਵਿੱਚ ਅੱਗੇ ਕੀ ਨਿਕਲ ਕੇ ਸਾਹਮਣੇ ਆਉਂਦਾ ਹੈ ਦੇਖਣਾ ਜੇ ਬਾਕੀ ਹੈ। ਵੀਡੀਓ ਜਰਨਲਿਸਟ ਸਚਿਨ ਦੇ ਨਾਲ ਮੈਂ ਸਮਰਪ੍ਰੀਤ ਸਿੰਘ, ਪਟਿਆਲਾ, ਡੇਲੀ ਪੋਸਟ ਪੰਜਾਬ, ਹਰਿਆਣਾ, ਹਿਮਾਚਲ। ਤਾਂ ਇਹ ਸਾਰਾ ਘਟਨਾਕ੍ਰਮ ਜੋ ਵਾਪਰਿਆ, ਇਹ ਮਹਿਲਾ ਕੌਣ ਸੀ, ਇਹ ਮਹਿਲਾ ਕਿੱਥੋਂ ਚੱਲਦੀ ਆ ਔਰ ਕਿਸ ਤਰ੍ਹਾਂ ਇਸ ਦੇ ਵੱਲੋਂ ਇਹ ਸਭ ਕੁਝ ਕੀਤਾ ਗਿਆ, ਉਸ ਤੋਂ ਬਾਅਦ ਨਿਰਮਲਜੀਤ ਸਿੰਘ ਨੇ ਆਖਰਕਾਰ ਗੋਲੀਆਂ ਕਿਉਂ ਮਾਰੀਆਂ, ਤਾਂ ਇਸ ਦੇ ਉੱਤੇ ਪਟਿਆਲਾ
ਦੇ ਐਸਐਸਪੀ ਦੇ ਵੱਲੋਂ ਜੋ ਪ੍ਰੈਸ ਕਾਨਫਰੰਸ ਕੀਤੀ ਗਈ, ਜੋ ਉਸ ਦੇ ਵਿੱਚ ਉਹਨਾਂ ਨੇ ਗੱਲਾਂ ਦੱਸੀਆਂ, ਉਹ ਵੀ ਸੁਣਦੇ ਹਾਂ ਆਪਾਂ। ਪਰਵਿੰਦਰ ਕੌਰ ਨਾਮ ਦੀ 35 ਤੋਂ 40 ਸਾਲ ਦੀ ਦਰਮਿਆਨ ਉਮਰ ਦੀ ਜਨਾਨੀ ਦੁੱਖ ਨਿਵਾਰਨ ਸਾਹਿਬ ਗੁਰਦੁਆਰਾ ਸਾਹਿਬ ਦੇ ਸਰੋਵਰ ਕੋਲੇ ਬਹਿ ਕੇ ਉੱਥੇ ਸ਼ਰਾਬ ਦਾ ਸੇਵਨ ਕਰ ਰਹੀ ਸੀ। ਜਿਹੜੀ ਛੋਟੀ ਸ਼ਰਾਬ ਦੀ ਕੁਆਟਰ ਬੋਤਲ ਹੁੰਦੀ ਆ, ਉਹਦੇ ਰਾਹੀਂ ਸ਼ਰਾਬ ਦਾ ਸੇਵਨ ਕਰ ਰਹੀ ਸੀ। ਨਿਰਮਲਜੀਤ ਸਿੰਘ ਸੈਣੀ ਨਾਮ ਦੇ ਇੱਕ ਵਿਅਕਤੀ ਨੇ ਆਪਣੇ ਲਾਇਸੈਂਸੀ ਰਿਵਾਲਵਰ ਨਾਲ 5 ਗੋਲੀਆਂ ਜਿਹੜੀਆਂ ਨੇ ਚਲਾਈਆਂ। ਉਹਨਾਂ ਚੋਂ 3 ਤੋਂ 4 ਗੋਲੀਆਂ ਇਸ ਜਨਾਨੀ ਨੂੰ ਲੱਗੀਆਂ, ਜਿਹਦੀ ਮੌਕੇ ਤੇ ਮੌਤ ਹੋ ਗਈ। ਇੱਕ ਗੋਲੀ ਜਿਹੜੀ ਆ ਉਹ ਸਾਗਰ ਨਾਮ ਦੇ ਉੱਥੇ ਮੌਜੂਦ ਇੱਕ ਹੋਰ ਵਿਅਕਤੀ ਨੂੰ ਵੀ ਲੱਗੀ, ਜਿਹੜਾ ਰਜਿੰਦਰਾ ਹਸਪੀਟਲ ਪਟਿਆਲਾ 'ਚ ਖਤਰੇ ਤੋਂ ਬਾਹਰ ਆ ਤੇ ਜੀਰੇ ਇਲਾਜ ਆ। ਜਿਹਨੇ ਗੋਲੀ ਚਲਾਈ ਆ ਉਹ ਇੱਕ ਧਾਰਮਿਕ ਪ੍ਰਵਿਰਤੀ ਦਾ ਸ਼ਰਧਾਲੂ ਸੀ। ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੀ ਸਾਰੇ ਪੰਜਾਬ 'ਚ, ਸਾਰੀ ਦੁਨੀਆ 'ਚ ਬਹੁਤ ਜ਼ਿਆਦਾ ਧਾਰਮਿਕ ਮਾਨਤਾ ਹੈ। ਇਹ ਜਿਹੜਾ ਜਿਹਨੇ ਗੋਲੀ ਚਲਾਈ ਆ, ਇਹ ਇੱਕ ਧਾਰਮਿਕ ਪ੍ਰਵਿਰਤੀ ਦਾ ਇਨਸਾਨ ਆ, ਜਿਹੜਾ ਸਵੇਰੇ ਸ਼ਾਮ ਗੁਰਦੁਆਰਾ ਸਾਹਿਬ 'ਚ ਆ ਕੇ ਮੱਥਾ ਟੇਕਦਾ ਆ। ਜਦੋਂ ਉਹਨੂੰ ਪਤਾ ਪਿਆ ਕਿ ਇਹ ਜਨਾਨੀ ਜਿਹੜੀ ਸੰਗਤਾਂ ਮੈਨੇਜਰ ਦੇ ਕਮਰੇ ਕੋਲੇ ਲੈ ਕੇ ਇਹਨੂੰ ਜਦੋਂ ਪਹੁੰਚੀਆਂ ਜਨਾਨੀ ਨੂੰ, ਤੇ ਉੱਥੇ ਉਹਨੂੰ ਵੀ ਨਿਰਮਲਜੀਤ ਸਿੰਘ ਨੂੰ ਵੀ ਪਤਾ ਪਿਆ ਕਿ ਇਹ ਸਰੋਵਰ ਸਾਹਿਬ ਦੇ ਕੋਲੇ ਬਹਿ ਕੇ ਸ਼ਰਾਬ ਦਾ ਸੇਵਨ ਕਰ ਰਹੀ ਸੀ, ਤੇ ਉਹਨੇ ਤੈਸ਼ 'ਚ ਆ ਕੇ ਉਹਦੀ ਭਾਵਨਾ ਜਿਹੜੀ ਆ ਉਹ ਤੈਸ਼ 'ਚ ਗੁੱਸੇ 'ਚ ਆ ਗਿਆ ਕਿ ਦੇਖੋ ਇੰਨੀ ਧਾਰਮਿਕ ਥਾਂ ਤੇ ਇੰਨੀ ਮਤਲਬ ਜਿੱਥੇ ਇੰਨੇ ਸੈਂਕੜੇ ਲੋਕੀ ਮੱਥਾ ਟੇਕਣ ਆਉਂਦੇ ਆ, ਉੱਥੇ ਜਨਾਨੀ ਸ਼ਰਾਬ ਪੀ ਰਹੀ ਸੀ। ਉਸ ਗੁੱਸੇ 'ਚ ਆ ਕੇ ਇਹਨੇ ਗੋਲੀਆਂ ਜਿਹੜੀਆਂ ਨੇ ਚਲਾ ਕੇ ਉਹ ਜਨਾਨੀ ਦਾ